ਮਰਨ ਦੁਖ ਜਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੇ ਗੁਆਰੇ ਰੇ ਮਹਲਾ ਤੀਜਾ। ਸੋ ਕਿਉ ਵਿਸਰੈ ਜਿਸ ਕੈ ਜਿਯ ਪਰਾਨਾ। ਸੋ ਕਿਉ ਵਿਸਰੈ ਸਭ ਮਾਹੇ ਸਮਾਨਾ। ਜਿਤ ਸੇਵਿਐ ਦਰਗਹਿ ਪਤ ਪਰਵਾਨਾ। ਸੋ ਕਿਉ ਵਿਸਰੈ ਜਿਸ ਕੈ ਜਿਯ ਪਰਾਨਾ। ਸੋ ਕਿਉ ਵਿਸਰੈ ਸਭ ਮਾਹੇ ਸਮਾਨਾ। ਜਿਤ ਸੇਵਿਐ ਦਰਗਹਿ ਪਤ ਪਰਵਾਨਾ। ਹਰਿ ਕੇ ਨਾਮ ਵਿਟਹੁ ਬਲ ਜਾਉ। ਤੂੰ ਵਿਸਰਹਿ ਤਦ ਹੀ ਮਰ ਜਾਉ। ਰਹਾਉ ਤਿਨ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ। ਤਿਨ ਤੂੰ ਵਿਸਰਹਿ ਜੇ ਦੂਜਾ ਪਾਏ। ਮਨ ਮੁਖ ਅਗਿਆਨੇ ਜੋ ਨੇ ਪਾਏ। ਜਨ ਇਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਜਨ ਇਕ ਮਨ ਤੁਠਾ ਤਿਨ ਹਰ ਮਨ ਵਸਾਏ। ਗੁਰਮਤਿ ਹਰ ਨਾਮ ਸਮਾਏ। ਜਿਨਾ ਪੋਤੈ ਪੁਨ ਸੇ ਗਿਆਨ ਵਿਚਾਰੇ। ਜਿਨਾ ਪੋਤੈ ਪੁਨ ਤਿਨ ਹਉਮੈ ਮਾਰੇ। ਨਾਨਕ ਜੋ ਨਾਮ ਰਤੇ ਤਿਨ ਕਉ ਬਲਹਾਰੇ। ਜਿਨਾ ਪੋਤੈ ਪੁਨ ਸੇ ਗਿਆਨ ਵਿਚਾਰੇ। ਜਿਨਾ ਪੋਤੈ ਪੁਨ ਤਿਨ ਹਉਮੈ ਮਾਰੇ। ਨਾਨਕ ਜੋ ਨਾਮ ਰਤੇ ਤਿਨ ਕਉ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਦੀਨਾ ਬੰਧੂ ਪਤਿਤ ਪਾਵਨ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਰਮ ਦਇਆ ਸਦਕਾ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਸਤਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਤੋਂ ਰੋਜ਼ ਦੇ ਨਿਯਮ ਮੁਤਾਬਕ ਬਾਣੀ ਦੇ ਅਟੁੱਟ ਪ੍ਰਵਾਹ ਚੱਲਦੇ ਹਨ। ਵਡਭਾਗੀ ਰੂਹਾਂ
ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਨਾਮ ਦਾ ਲਾਹਾ ਪ੍ਰਾਪਤ ਕਰਦੀਆਂ ਨੇ। ਹਜ਼ੂਰ ਦੇ ਪਾਵਨ ਦਰਬਾਰ ਅੰਦਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਗਵਾਰੇ ਰੇ ਮਹਲਾ ਤੀਜਾ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗਵਾਰੇਰੀ ਜਾਤੀ ਅੰਦਰ ਰਾਗ ਗੌੜੀ ਹੈ। ਸੱਚੇ ਪਾਤਸ਼ਾਹ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੋ ਕਿਉ ਵਿਸਰੈ ਜਿਸ ਕਾ ਜਿਯ ਪਰਾਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਦੇ ਕਿੰਨੇ ਉਪਕਾਰ ਨੇ ਸਾਡੇ ਤੇ। ਮਹਾਰਾਜ ਸਾਨੂੰ ਚੇਤੇ ਕਰਾਉਂਦੇ ਹੈ ਕਿ ਇੰਨੇ ਉਪਕਾਰਾਂ ਨੂੰ ਭੁਲਾ ਕਰਕੇ ਵਾਹਿਗੁਰੂ ਨੂੰ ਜੀਵ ਨੇ ਵਿਸਾਰ ਦਿੱਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਫਰਮਾਉਂਦੇ ਨੇ, ਹਰ ਕੇ ਨਾਮ ਵਿਟਹੁ ਬਲ ਜਾਓ, ਤੂੰ ਵਿਸਰਹਿ ਤਦ ਹੀ ਮਰ ਜਾਓ। ਮਹਾਰਾਜ ਜਦੋਂ ਤੁਸੀਂ ਸਾਨੂੰ ਵਿਸਰਦੇ ਹੋ, ਹੇ ਵਾਹਿਗੁਰੂ, ਸਾਡਾ ਤਦੋਂ ਹੀ ਮਰਨਾ ਹੁੰਦਾ ਹੈ। ਉਸੇ ਵੇਲੇ ਅਸੀਂ ਆਪਣਾ ਮਰਨਾ ਸਮਝਦੇ ਹਾਂ ਜਦੋਂ ਤੁਹਾਡਾ ਨਾਮ ਵਿਸਰ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਸਾਨੂੰ ਵਾਹਿਗੁਰੂ ਜੀ ਦੇ ਉਪਕਾਰ ਚੇਤੇ ਕਰਾਉਂਦੇ ਹੈ ਤੇ ਨਾਲ ਹੀ ਮਹਾਰਾਜ ਕਹਿੰਦੇ ਹੈ ਕਿ ਉਹ ਐਡਾ ਉਪਕਾਰੀ ਵਾਹਿਗੁਰੂ ਕਿਉਂ ਭੁੱਲ ਜਾਵੇ। ਨਹੀਂ, ਉਸ ਦਾ ਨਾਮ ਭੁੱਲਣਾ ਨਹੀਂ ਚਾਹੀਦਾ। ਹਜ਼ੂਰ ਫਰਮਾਉਂਦੇ ਹਨ, ਸੋ ਕਿਉ ਵਿਸਰੈ ਜਿਸ ਕਾ ਜਿਯ ਪਰਾਨਾ। ਮਹਾਰਾਜ ਨੇ ਕਿਹਾ ਕਿ ਜਿਸ ਵਾਹਿਗੁਰੂ ਦੇ ਇਸ ਦੇਹ ਦੇ ਅੰਦਰ ਬਖਸ਼ੇ ਹੋਏ ਪ੍ਰਾਣ ਹਨ, ਫਿਰ ਜਿਸ ਪਰਮੇਸ਼ਰ ਨੇ ਜਿੰਦ ਪਾਈ ਹੈ, ਸੋ ਕਿਉਂ ਵਿਸਰੈ। ਉਹ ਕਿਉਂ ਜੀਵ ਤੈਨੂੰ ਭੁੱਲ ਗਿਆ ਏ। ਜਿਨੇ ਤੇਰੇ ਅੰਦਰ ਪ੍ਰਾਣ ਚਲਾਏ ਹੋਏ ਆ, ਤੇਰੇ ਵਜੂਦ ਨੂੰ ਖੜਾ ਰੱਖਿਆ ਏ, ਤੈਨੂੰ ਉਹ ਪਰਮੇਸ਼ਰ ਕਿਉਂ ਭੁੱਲ ਗਿਆ ਏ। ਤੂੰ ਸਮਝਦਾ ਹੈ ਕਿ ਸ਼ਾਇਦ ਮੈਂ ਆਪਣੀਆਂ ਦੋਹਾਂ ਲੱਤਾਂ ਦੇ ਬਲ ਤੇ ਖੜਦਾ। ਨਹੀਂ, ਇਹ ਤੇਰਾ ਭੁਲੇਖਾ ਏ, ਅਗਿਆਨ ਹੈ ਤੈਨੂੰ। ਵਾਹਿਗੁਰੂ ਨੇ ਤੇਰੇ ਅੰਦਰ ਜਿੰਦ ਪਾਈ ਹੈ। ਜਿੰਦ ਵੀ ਉਹਦੇ ਆਸਰੇ ਤੇ ਟਿਕੀ ਹੋਈ ਹੈ। ਜਿਹੜਾ ਤੇਰਾ ਜੀਵ ਸੂਖਸ਼ਮ ਸਰੀਰ ਹੈ, ਉਹ ਵੀ ਵਾਹਿਗੁਰੂ ਦੇ ਆਸਰੇ ਤੇ ਟਿਕਿਆ ਹੋਇਆ ਤੇਰੇ ਅੰਦਰ। ਤੇ ਜਿਹੜੇ ਅੰਦਰ ਪ੍ਰਾਣ ਟਿਕੇ ਹੋਏ ਹੈ, ਇਹ ਵੀ ਵਾਹਿਗੁਰੂ ਨੇ ਪਾਏ ਹਨ, ਉਹਦੇ ਆਸਰੇ ਕਰਕੇ ਹੈ। ਤੇ ਉਹ ਵਾਹਿਗੁਰੂ ਤੈਨੂੰ ਸੋ ਕਿਉਂ ਵਿਸਰੈ, ਸੋ ਕਿਉਂ ਵਿਸਰ ਗਿਆ। ਉਹ ਪਰਮੇਸ਼ਰ ਨਹੀਂ ਸੀ ਭੁੱਲਣਾ ਚਾਹੀਦਾ, ਪਰ ਤੂੰ ਉਸ ਨੂੰ ਵਿਸਾਰ ਦਿੱਤਾ ਹੈ। ਮਹਾਰਾਜ ਨੇ ਕਿਹਾ ਨਾ, ਸੋ ਕਿਉਂ ਵਿਸਰੈ ਮੇਰੀ ਮਾਏ। ਹੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਉਹ ਵਾਹਿਗੁਰੂ ਕਿਉਂ ਭੁੱਲ ਜਾਵੇ। ਨਹੀਂ ਭੁੱਲਣਾ ਚਾਹੀਦਾ। ਜਿਸ ਵਾਹਿਗੁਰੂ ਨੇ ਜਿੰਦ ਪਾਈ ਹੈ, ਪ੍ਰਾਣ ਪਾਏ ਹੈ, ਉਹ ਵਾਹਿਗੁਰੂ ਮਹਾਰਾਜ ਕਹਿੰਦੇ ਕਿਉਂ ਭੁੱਲ ਗਿਆ ਤੇਰੇ ਤਾਈਂ। ਸੋ ਕਿਉ ਵਿਸਰੈ ਸਭ ਮਾਹੇ ਸਮਾਨਾ। ਜੋ ਸਾਰਿਆਂ ਦੇ ਅੰਦਰ ਹੀ ਵਿਆਪਕ ਹੈ ਵਾਹਿਗੁਰੂ, ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਉਹ ਵਾਹਿਗੁਰੂ ਤੈਨੂੰ ਕਿਉਂ ਭੁੱਲ ਗਿਆ ਹੈ। ਜੇ ਤਾਂ ਸਾਧ ਸੰਗਤ ਜੀ ਕਿਸੇ ਨੂੰ ਆਪਾਂ ਵੇਖਦੇ ਹਾਂ ਤਾਂ ਫਿਰ ਉਹਦਾ ਚੇਤਾ ਆਉਂਦਾ ਹੈ ਨਾ।
ਤੇ ਜੇ ਨਹੀਂ ਦੇਖਦੇ ਤੇ ਉਹਦਾ ਚੇਤਾ ਹੀ ਵਿਸਰਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਐ ਵਾਹਿਗੁਰੂ ਤਾਂ ਸਭ ਦੇ ਅੰਦਰ ਸਮਾਏ ਹੋਏ ਐ, ਤੈਨੂੰ ਪਰਮੇਸ਼ਰ ਦਾ ਸਰੂਪ ਦਿਖਾਈ ਨਹੀਂ ਦਿੰਦਾ। ਤੂੰ ਪਰਮੇਸ਼ਰ ਵੱਲੋਂ ਆਪਣੀਆਂ ਅੱਖਾਂ ਹੀ ਮੋੜ ਲਈਆਂ ਨੇ, ਆਪਣਾ ਮਨ ਹੀ ਬੇਮੁਖ ਕਰ ਲਿਆ ਹੈ। ਜੋ ਪਰਮੇਸ਼ਰ ਸਭ ਦੇ ਅੰਦਰ ਸਮਾ ਰਿਹਾ ਹੈ, ਸਭ ਥਾਵਾਂ ਤੇ ਵਿਆਪਕ ਹੋ ਰਿਹਾ ਹੈ, ਉਹ ਪਰਮੇਸ਼ਰ ਕਿਉਂ ਭੁੱਲ ਜਾਵੇ? ਨਹੀਂ ਭੁੱਲਣਾ ਚਾਹੀਦਾ। ਜੇਤ ਸੇਵਿਐ ਦਰਗਹਿ ਪਤ ਪਰਵਾਨਾ। ਜਿਸ ਪਰਮੇਸ਼ਰ ਦੇ ਨਾਮ ਦਾ ਸੇਵਨੇ ਕਰਕੇ ਹਜੂਰ ਕਹਿੰਦੇ ਦਰਗਾਹ ਦੇ ਅੰਦਰ ਪਤ ਇੱਜ਼ਤ ਹੁੰਦੀ ਹੈ ਤੇ ਪਰਵਾਨਾ ਪ੍ਰਵਾਨ ਚੜ ਜਾਈਦਾ ਹੈ, ਕਬੂਲ ਪੈ ਜਾਈਦਾ ਹੈ। ਇੱਥੇ ਸੰਸਾਰ ਵਿੱਚ ਆਉਣਾ ਵੀ ਲੇਖੇ ਵਿੱਚ ਪੈ ਜਾਂਦਾ ਹੈ। ਐਸਾ ਜੀਵ ਉਹ ਪ੍ਰਵਾਨ ਚੜ੍ਹਦਾ ਏ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਥੇ ਵੀ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਉਹਨੂੰ ਇਹੋ ਜੀ ਸਾਧ ਸੰਗਤ ਜੀ ਬਰਕਤ ਪ੍ਰਾਪਤ ਹੁੰਦੀ ਹੈ। ਸਭ ਜੀ ਉਹਦੇ ਨਾਲ ਪਿਆਰ ਕਰਦੇ। ਜੀ ਤਾਂ ਗੱਲ ਕੀ, ਉਹਦੇ ਨਾਲ ਤਾਂ ਤਾਮਸ਼ੀ ਜੂਨਾਂ ਵੀ ਪਿਆਰ ਕਰਦੀਆਂ। ਸੱਪ ਵੀ ਸੁਭਾਅ ਬਦਲ ਜਾਂਦੇ ਆ, ਡੰਗ ਨਹੀਂ ਮਾਰਦੇ। ਇਹੋ ਜਿਹਾ ਉਹਨਾਂ ਦਾ ਇਸ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਮਾਣ ਤੇ ਸਤਿਕਾਰ ਹੁੰਦਾ ਹੈ। ਇੱਥੇ ਵੀ ਉਹ ਪ੍ਰਵਾਨ ਚੜ੍ਹਦੇ ਆ ਕਮਾਈ ਕਰਕੇ, ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਪਤ ਇੱਜ਼ਤ ਜਿਹੜੀ ਆ ਉਹ ਥਾਂ ਪੈਂਦੀ ਹੈ। ਵਾਹਿਗੁਰੂ ਦੇ ਦਰ ਘਰ ਦੇ ਅੰਦਰ ਪ੍ਰਵਾਨ ਚੜ੍ਹ ਜਾਂਦੇ ਆ। ਕਿਸ ਤਰ੍ਹਾਂ ਚੜ੍ਹਦੇ ਆ? ਜਿਸ ਪਰਮੇਸ਼ਰ ਦੇ ਨਾਮ ਦਾ ਜਾਪ ਕਰਕੇ, ਜਿਹਦੇ ਨਾਮ ਦੇ ਜਪਣੇ ਕਰਕੇ ਏਡਾ ਫਲ ਮਿਲਦਾ ਹੈ। ਹਜੂਰ ਨੇ ਕਿਹਾ ਜਿਤ ਸੇਵਿਐ ਦਰਗਹਿ ਪਤ ਪਰਵਾਨਾ। ਜਿਸ ਪਰਮੇਸ਼ਰ ਦੇ ਨਾਮ ਦੇ ਜਪਣੇ ਕਰਕੇ ਲੋਕ ਪਰਲੋਕ ਵਿੱਚ ਮਹਾਰਾਜ ਨੇ ਕਿਹਾ ਇੱਜ਼ਤ ਰਹਿ ਆਉਂਦੀ ਹੈ। ਜੀਵ ਪ੍ਰਵਾਨ ਚੜ ਜਾਂਦਾ, ਕਬੂਲ ਪੈ ਜਾਂਦਾ ਏ। ਹਰ ਕੇ ਨਾਮ ਵਿਟਹੁ ਬਲ ਜਾਉ। ਹਜੂਰ ਕਹਿੰਦੇ ਅਸੀਂ ਤਾਂ ਵਾਹਿਗੁਰੂ ਦੇ ਨਾਮ ਦੇ ਵਿਟੋਂ ਉੱਪਰੋਂ ਬਲਹਾਰ ਜਾਂਦੇ ਆ, ਕੁਰਬਾਨ ਜਾਂਦੇ ਹਾਂ। ਤੂੰ ਵਿਸਰਹਿ ਤਦ ਹੀ ਮਰ ਜਾਉ। ਹੇ ਵਾਹਿਗੁਰੂ ਤੂੰ ਸਾਨੂੰ ਵਿਸਰੇ ਨਾ ਤੇ ਤਦੋਂ ਹੀ ਸਾਡਾ ਮਰਨਾ ਹੁੰਦਾ ਹੈ। ਅਸੀਂ ਨਾਮ ਨੂੰ ਭੁਲਾ ਕਰਕੇ ਜਿਉਨੇ ਆ, ਸਵਾਸ ਸਾਡੇ ਅੰਦਰ ਵਗਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਅਸਲ ਵਿੱਚ ਜੀਵ ਨਾ ਜਿਉਂਦਾ ਸਵਾਸਾਂ ਕਰਕੇ ਆਪਣੇ ਆਪ ਨੂੰ ਸਮਝਦਾ ਹੈ, ਪਰ ਮਹਾਰਾਜ ਕਹਿੰਦੇ ਜਿਉਣਾ ਨਹੀਂ ਹੁੰਦਾ। ਜ਼ਿੰਦਗੀ ਉਹ ਹੈ ਜੋ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰਦੀ ਹੈ। ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਜਦੋਂ ਸਵਾਸ ਲੱਗਦੇ ਆ ਉਹ ਜਿਉਣਾ ਹੈ। ਜਦੋਂ ਵਾਹਿਗੁਰੂ ਦਾ ਨਾਮ ਵਿਸਰ ਜਾਵੇ ਤੇ ਰੱਬ ਦੇ ਪਿਆਰੇ ਆਪਣੀ ਮੌਤ ਗਿਣਦੇ ਆ, ਮਰਨਾ ਗਿਣਦੇ ਆ। ਸੱਚੇ ਪਾਤਸ਼ਾਹ ਜੀ ਪਿਆਰਿਆਂ ਦੀ ਪ੍ਰੀਤ ਵੀ ਦਿਖਾਉਂਦੇ ਆ ਤੇ ਗਰੀਬ ਨਵਾਜ ਕਹਿੰਦੇ ਨੇ ਗੁਰਸਿੱਖੋ ਨਾਮ ਏਡਾ ਮਹਾਨ ਹੈ ਕਿ ਅਸੀਂ ਵਾਹਿਗੁਰੂ ਦੇ ਨਾਮ ਦੇ ਉੱਪਰੋਂ ਬਲਹਾਰ ਜਾਂਦੇ ਆ, ਕੁਰਬਾਨ ਜਾਂਦੇ ਆ। ਆਪਣਾ ਆਪ ਸਾਡਾ ਵਾਰਨ ਨੂੰ ਜਿਹੜਾ ਹੈ ਉਹ ਮਨ ਵਿੱਚ ਉਮਾਹ ਹੁੰਦਾ ਹੈ ਕਿ ਵਾਹਿਗੁਰੂ ਤੋਂ ਅਸੀਂ ਆਪਣਾ ਆਪਾ ਵਾਰ ਦਈਏ, ਕੁਰਬਾਨ ਕਰ ਦਈਏ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਵਾਹਿਗੁਰੂ ਭੁੱਲੇ ਤਾਂ ਵਿਸਰਨ ਕਰਕੇ ਅਸੀਂ ਆਪਣਾ ਮਰਨਾ ਗਿਣਦੇ ਆ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਤੈਨ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ। ਮਹਾਰਾਜ ਪਰਮੇਸ਼ਰ ਕਿਹਨਾਂ ਨੂੰ ਫਿਰ ਭੁੱਲਿਆ ਰਹਿੰਦਾ ਹੈ? ਸਤਿਗੁਰੂ ਜੀ ਕਹਿੰਦੇ ਹਨ ਫਿਰ ਪੜ੍ਹ ਦਿਓ। ਤਿੰਨ ਤੋਂ ਵਿਸਰਹਿ ਜੇ ਤੁਧ ਆਪ ਭੁਲਾਏ। ਹੇ ਵਾਹਿਗੁਰੂ ਤਿੰਨਾਂ ਨੂੰ ਤੂੰ ਵਿਸਰ ਜਾਣਾ ਏ ਜਿਨ੍ਹਾਂ ਨੂੰ ਤੂੰ ਨਖਿੱਧ ਕਰਮ ਵੇਖ ਕਰਕੇ ਆਪ ਹੀ ਆਪਣੇ ਸਰੂਪ ਵੱਲੋਂ ਭੁਲਾ ਛੱਡਿਆ ਹੈ। ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਨਾਮ ਵੱਲੋਂ ਸਾਧ ਸੰਗਤ ਜੀ ਖੁਆ ਦਿੱਤਾ ਹੈ, ਭੁਲਾ ਦਿੱਤਾ ਹੈ। ਉਹਨਾਂ ਨੂੰ ਫਿਰ ਮਹਾਰਾਜ ਦਾ ਨਾਮ ਨਹੀਂ ਚੇਤੇ ਆਉਂਦਾ। ਇਸੇ ਪ੍ਰਕਾਰ ਹੀ ਤਿੰਨ ਤੋਂ ਵਿਸਰਹਿ ਜੇ ਤੁਧ ਆਪ ਭੁਲਾਏ। ਜਿਨ੍ਹਾਂ ਨੂੰ ਮਹਾਰਾਜ ਤੁਧ ਆਪ ਭੁਲਾਏ, ਤੇਰੇ ਤਾਈਂ ਆਪ ਹੀ ਭੁਲਾ ਛੱਡਿਆ ਹੈ, ਰਸਾਂ ਕਸਾਂ ਦੇ ਵਿੱਚ ਫਸ ਗਏ ਐ, ਉਹਨਾਂ ਨੂੰ ਮਹਾਰਾਜ ਤੇਰਾ ਨਾਮ ਵਿਸਰ ਗਿਆ ਏ, ਭੁੱਲ ਗਿਆ ਉਹਨਾਂ ਨੂੰ ਨਾਮ। ਕਿਉਂਕਿ
ਆਪ ਹੀ ਆਪਣੇ ਆਪ ਨੂੰ ਸਾਧ ਸੰਗਤ ਜੀ ਕੱਢ ਹੀ ਨਹੀਂ ਪਾਉਂਦੇ ਹਨ ਵਿਸ਼ੇ ਰਸਾਂ ਦੇ ਅੰਦਰੋਂ। ਇਹ ਮਨ ਜਿਹੜਾ ਨਾ ਆਸਮਰੱਥਾ ਦਿਖਾਉਂਦਾ ਹੈ ਤੇ ਮਨ ਕਰਕੇ ਹੀ ਇਹ ਸਾਰੀ ਵਿਆਦ ਖੜੀ ਹੁੰਦੀ ਹੈ ਤੇ ਹੋਰ ਕਿਸੇ ਤਰੀਕੇ ਨਾਲ ਨਾਸ਼ ਨਹੀਂ ਹੁੰਦੀ, ਮਨ ਕਰਕੇ ਹੀ ਨਾਸ਼ ਹੁੰਦੀ ਹੈ। ਜੇ ਕਰਕੇ ਮਨ ਨਹੀਂ ਵੀ ਲੱਗਦਾ ਤਾਂ ਵੀ ਭਜਨ ਕਰੇ, ਤਾਂ ਵੀ ਨਾਮ ਜਪੇ। ਫਿਰ ਨਾਮ ਦੇ ਜਪਣੇ ਕਰਕੇ ਮਨ ਤੋਂ ਮੈਲ ਲੱਥਦੀ ਹੈ ਤੇ ਫਿਰ ਪਰਮੇਸ਼ਰ ਦੇ ਭਜਨ ਵਿੱਚ ਚਿੱਤ ਜੁੜਨ ਲੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਆ, ਜਿਨ੍ਹਾਂ ਨੇ ਤੇਰੇ ਤਾਈਂ ਵਾਹਿਗੁਰੂ ਆਪ ਹੀ ਭੁਲਾ ਛੱਡਿਆ, ਭਜਨ ਕਰਦੇ ਹੀ ਨਹੀਂ, ਕਦੇ ਸੰਗਤ ਕਰਦੇ ਹੀ ਨਹੀਂ, ਉਹਨਾਂ ਨੂੰ ਫਿਰ ਮਹਾਰਾਜ ਤੁਸੀਂ ਵਿਸਰੇ ਹੀ ਰਹਿੰਦੇ ਹੋ, ਭੁੱਲੇ ਹੀ ਰਹਿੰਦੇ ਹੋ। ਉਹ ਤਾਂ ਭੁਲੇਖੇ ਨਾਲ ਵੀ ਨਾਮ ਨਹੀਂ ਆਪਣੇ ਮੁਖ ਤੋਂ ਲੈਂਦੇ, ਠੇਡਾ ਲੱਗ ਜੇ ਤਾਂ ਵੀ ਦੁਰਬਚਨ ਹੀ ਬੋਲਦੇ ਆ। ਗੁਰਮੁਖਾਂ ਨੂੰ ਠੇਡਾ ਲੱਗੇ ਤੇ ਵਾਹਿਗੁਰੂ ਆਖਦੇ ਆ, ਛਿੱਕ ਆ ਜੇ ਤਾਂ ਵਾਹਿਗੁਰੂ ਆਖਦੇ ਆ। ਤੋ ਇਹ ਸੁਭਾਅ ਹੈ। ਉਹਨਾਂ ਨੂੰ ਮਹਾਰਾਜ ਤੁਸੀਂ ਵਿਸਰੇ ਹੀ ਰਹਿੰਦੇ ਹੋ, ਜਿਨ੍ਹਾਂ ਨੇ ਆਪ ਹੀ ਭੁਲਾ ਛੱਡਿਆ, ਵਿਸ਼ੇ ਰਸਾਂ ਵਿੱਚ ਫਸੇ ਹੋਏ ਆ। ਤਿਨ ਤੋਂ ਵਿਸਰ ਹੈ ਜੇ ਦੂਜਾ ਪਾਏ, ਜਿਨ੍ਹਾਂ ਨੂੰ ਦੂਜੇ ਭਾਵ ਵਿੱਚ ਪ੍ਰੇਮ ਲੱਗਾ ਹੋਇਆ ਹੈ, ਮਾਇਆ ਵਿੱਚ, ਸੰਸਾਰ ਦੇ ਅੰਦਰ, ਉਹਨਾਂ ਨੂੰ ਵਾਹਿਗੁਰੂ ਤੇਰਾ ਨਾਮ ਵਿਸਰ ਗਿਆ ਏ, ਭੁੱਲ ਗਿਆ ਏ। ਮਨ ਮੁਖ ਅਗਿਆਨੇ ਜੋਨੇ ਪਾਏ, ਐਸੇ ਮਨਮੁਖ ਜਿਹੜੇ ਅਗਿਆਨੀ ਆ ਨਾ, ਫਿਰ ਜੂਨੀਆਂ ਵਿੱਚ ਪਾਏ ਜਾਂਦੇ ਆ। 84 ਲੱਖ ਜੂਨ ਭੋਗਦੇ ਆ, ਦੁੱਖਾਂ ਨੂੰ ਭੋਗਦੇ ਹੋਏ ਫਿਰ ਬੜਾ ਕੁਰਲਾਉਂਦੇ ਆ। ਮਨੁੱਖਾ ਜਨਮ ਐਡਾ ਦੁਰਲੱਭ ਮਿਲਿਆ ਸੀ, ਗਵਾ ਲਿਆ ਵਿਸ਼ਿਆਂ ਵਕਾਰਾਂ ਦੇ ਅੰਦਰ। ਐਸੇ ਮਨਮੁਖਾਂ ਨੂੰ ਮੇਰਾ ਵਾਹਿਗੁਰੂ ਜੂਨੀਆਂ ਦੇ ਵਿੱਚ ਫਿਰ ਭਵਾਉਂਦਾ ਏ। ਜਿਨ ਇੱਕ ਮਨ ਟੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ੍ਹਾਂ ਦਾ ਇਕਾਗਰ ਮਨ ਵੇਖ ਕਰਕੇ ਵਾਹਿਗੁਰੂ ਤੁਸੀਂ ਟੁੱਟ ਗਏ ਹੋ, ਉਹਨਾਂ ਨੂੰ ਕੀ ਬਖਸ਼ਿਸ਼ ਕੀਤੀ ਹੈ? ਗੁਰੂ ਜੀ ਦੀ ਸੇਵਾ ਵਿੱਚ ਲਾ ਦਿੱਤੇ ਹੈ। ਜਿਨ੍ਹਾਂ ਦਾ ਮਨ ਟਿਕ ਗਿਆ ਨਾ, ਇੱਕ ਮਨ ਹੋ ਗਏ ਹੈ, ਮਨ ਉਹਨਾਂ ਦੇ ਦੋ ਨਹੀਂ ਰਹੇ, ਦੁਚਿੱਤੀ ਵਿੱਚ ਨਹੀਂ ਰਹੇ, ਮਨ ਇੱਕ ਹੋ ਗਿਆ, ਸਿਮਰਨ ਵਿੱਚ ਨਿਸ਼ਚਾ ਆ ਗਿਆ, ਵਾਹਿਗੁਰੂ ਦੇ ਅੰਦਰ ਸੁਰਤ ਟਿਕ ਗਈ ਤੇ ਮਹਾਰਾਜ ਐਸੇ ਤਰੁੱਠੇ ਫਿਰ ਸਤਿਗੁਰੂ ਜੀ ਦੀ ਸੇਵਾ ਵਿੱਚ ਲਾ ਦਿੱਤੇ ਉਹ ਜੀਵ। ਉਹਨਾਂ ਦਾ ਤਨ ਵੀ ਸਫਲਾ ਕਰਨ ਲਈ ਗੁਰੂ ਜੀ ਦੀ ਸੇਵਾ ਦਾ ਸੁਭਾਗ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤਾ। ਇਹ ਵਾਹਿਗੁਰੂ ਜਿਨ੍ਹਾਂ ਦਾ ਸਿਮਰਨ ਵਿੱਚ ਇਕਾਗਰ ਮਨ ਵੇਖ ਕਰਕੇ ਤੁਸੀਂ ਤਰੁੱਠੇ, ਉਹਨਾਂ ਨੂੰ ਗੁਰੂ ਭਗਤੀ ਬਖਸ਼ ਦਿੱਤੀ, ਗੁਰੂ ਸੇਵਾ ਵਿੱਚ ਲਾ ਦਿੱਤਾ। ਜਿਨ ਇੱਕ ਮਨ ਟੁੱਠਾ ਤਿਨ ਹਰ ਮਨ ਵਸਾਏ, ਜਿਨ੍ਹਾਂ ਦਾ ਇਕਾਗਰ ਮਨ ਵੇਖ ਕਰਕੇ ਵਾਹਿਗੁਰੂ ਜੀ ਤਰੁੱਠੇ ਐ, ਉਹਨਾਂ ਦੇ ਮਨ ਵਿੱਚ ਹੀ ਫਿਰ ਨਾਮ ਵਸਾ ਦਿੰਦੇ, ਹਿਰਦੇ 'ਚ ਹੀ ਨਾਮ ਵਸ ਜਾਂਦਾ ਹੈ। ਫਿਰ ਭਜਨ ਸਿਮਰਨ ਉਹਨਾਂ ਨੂੰ ਯਤਨ ਕਰਕੇ ਨਹੀਂ ਕਰਨਾ ਪੈਂਦਾ, ਸੁਤੇ ਹੀ ਹੋਈ ਜਾਂਦਾ ਹੈ। ਸਵਾਸਾਂ ਦੀ ਪ੍ਰਕਿਰਿਆ ਨਾਲ ਭਜਨ ਹੁੰਦਾ ਰਹਿੰਦਾ ਹੈ, ਦਿਲ ਦੀ ਧੜਕਣ ਨਾਲ ਭਜਨ ਹੁੰਦਾ ਰਹਿੰਦਾ ਹੈ, ਸਰੀਰ ਦੇ ਰੋਮ ਰੋਮ ਜਪਣ ਲੱਗ ਪੈਂਦੇ ਐ। ਇਉਂ ਮਨ ਵਿੱਚ ਹੀ ਨਾਮ ਵਸ ਜਾਂਦਾ ਜਦੋਂ ਵਾਹਿਗੁਰੂ ਜੀ ਤਰੁੱਠਦੇ ਐ, ਮਿਹਰ ਕਰਦੇ ਐ। ਪਰਮੇਸ਼ਰ ਦੀ ਇਹ ਵੱਡੀ ਕਿਰਪਾ ਏ, ਜਦੋਂ ਨਾਮ ਦਾ ਰਸ ਆਉਣ ਲੱਗ ਜਾਵੇ, ਰਸ ਆਉਂਦਿਆਂ ਹੀ ਦਿਨ ਬਰ ਦਿਨ ਪ੍ਰਾਪਤੀ ਦਾ ਸਾਧ ਸੰਗਤ ਜੀ ਸਮਾਂ ਨੇੜੇ ਆਉਂਦਾ ਹੈ। ਜਿਵੇਂ ਜਿਵੇਂ ਰਸ ਆਉਂਦਾ ਤਿਵੇਂ ਤਿਵੇਂ ਜਗਿਆਸਾ ਹੋਰ ਵੱਧਦੀ ਹੈ, ਹੋਰ ਭਜਨ ਦਾ ਸਿਮਰਨ ਦਾ ਸਮਾਂ ਵੱਧ ਜਾਂਦਾ ਹੈ। ਆਪਣੇ ਆਪ ਹੀ ਫਿਰ ਸੰਸਾਰ ਦੇ ਸਾਰੇ ਹੀ ਸੰਬੰਧ ਛੁੱਟਣ ਲੱਗ ਜਾਂਦੇ ਹੈ, ਗੁਪਤ ਦੁਨੀਆ ਨਾਲ ਨਾਤਾ ਜੁੜ ਜਾਂਦਾ ਹੈ, ਜਿਹੜਾ ਅਦ੍ਰਿਸ਼ ਸੰਸਾਰ ਸਾਨੂੰ ਨਹੀਂ ਦਿਸਦਾ। ਭਜਨ ਕਰਨ ਦੇ ਨਾਲ ਉਸ ਸੰਸਾਰ ਨਾਲ ਨਾਤਾ ਜੁੜਦਾ ਹੈ। ਬੜੀ ਔਖੀ ਗੱਲ ਹੈ, ਸੰਸਾਰ ਦਾ ਮੋਹ ਨਹੀਂ ਛੁੱਟਦਾ, ਪਰ ਗੁਰਮੁਖ ਭਜਨ ਕਰਕੇ ਛੱਡ ਦਿੰਦੇ ਆ। ਕਿਉਂਕਿ ਸੰਸਾਰ ਵਿੱਚ ਦੇਖਦੇ ਆ ਕਿ ਕੁਛ ਵੀ ਨਾਲ ਨਹੀਂ ਨਿਭਦਾ। ਜਦੋਂ ਝੂਠਾ ਇਹ ਸਾਰਾ ਸਾਥ, ਤੇ ਫਿਰ ਝੂਠੇ ਸਾਥ ਨੂੰ ਛੱਡ ਦਿੰਦੇ ਆ। ਸਰੀਰ ਕਰਕੇ ਨਹੀਂ ਛੱਡਦੇ, ਮਨ ਕਰਕੇ ਛੱਡ ਦਿੰਦੇ ਆ। ਸਰੀਰ ਕਰਕੇ ਰਹਿੰਦੇ ਤਾਂ ਇਸੇ ਹੀ ਸੰਸਾਰ 'ਚ ਹੈ, ਪਰ ਮਨ ਕਰਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਥੀ ਤਾਂ ਲੋਕ ਪਰਲੋਕ ਦਾ ਇੱਕੋ ਹੀ ਵਾਹਿਗੁਰੂ ਆਪ ਹੀ ਹੈ। ਇਸ ਕਰਕੇ ਪਰਮੇਸ਼ਰ ਦੇ ਭਜਨ ਵਿੱਚ ਉਹ ਲੱਗ ਜਾਂਦੇ ਹੈ। ਮਹਾਰਾਜ ਜਿਨ੍ਹਾਂ ਦਾ
ਇਉਂ ਇੱਕ ਮਨ ਜੁੜਿਆ ਹੋਇਆ ਵੇਖ ਕਰਕੇ ਜਦੋਂ ਤੁਰਠਦੇ ਐ ਮਿਹਰ ਕਰਦੇ ਐ ਤੇ ਨਾਮ ਉਹਨਾਂ ਦੇ ਫਿਰ ਮਨ 'ਚ ਹੀ ਵਾਹਿਗੁਰੂ ਜੀ ਵਸਾ ਦਿੰਦੇ ਆ। ਤਿਨ ਹਰ ਮਨ ਵਸਾਏ, ਤਿੰਨਾਂ ਦੇ ਹਰੀ ਮਨ ਵਿੱਚ ਨਾਮ ਵਸਾ ਦਿੰਦਾ ਹੈ ਆਪ ਮੇਰਾ ਵਾਹਿਗੁਰੂ। ਗੁਰਮਤਿ ਹਰ ਨਾਮ ਸਮਾਏ, ਹਾਂਜੀ, ਗੁਰਮਤਿ ਹਰ ਨਾਮ ਸਮਾਏ। ਗੁਰੂ ਮਹਾਰਾਜ ਜੀ ਦੀ ਮੱਤ ਸਿੱਖਿਆ ਨੂੰ ਧਾਰਨ ਕਰਕੇ ਨਾ ਹਰੀ ਨਾਮ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਮਾ ਜਾਂਦੇ ਐ। ਸਤਿਗੁਰੂ ਜੀ ਦੀ ਸਿੱਖਿਆ ਨੂੰ ਦ੍ਰਿੜ ਕਰਦੇ ਐ। ਇਹ ਗੁਰੂ ਸਾਹਿਬ ਜੀ ਦੀ ਸਿੱਖਿਆ ਦੀ ਸਾਧ ਸੰਗਤ ਜੀ ਕਲਾਏ ਮਹਾਰਾਜ ਜੀ ਦੀ ਸਿੱਖਿਆ ਨੂੰ ਪਾ ਕਰਕੇ ਹਰੀ ਦੇ ਵਿੱਚ ਇੱਕ ਮਿਕ ਹੋ ਜਾਂਦੇ ਐ, ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ, ਸਮਾ ਜਾਂਦੇ ਹਨ। ਜਿਨਾ ਪੋਤਾ ਪੁੰਨ ਸੇ ਗਿਆਨ ਵਿਚਾਰੇ, ਜਿਨ੍ਹਾਂ ਦੇ ਪੋਤੇ ਖਜ਼ਾਨੇ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਿਸ਼ਕਾਮ ਕਰਮਾਂ ਰੂਪੀ ਪੁੰਨ ਹਨ, ਸ਼ੁਭ ਗੁਣਾ ਰੂਪੀ ਪੁੰਨ ਹਨ। ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਉਹ ਸਰੂਪ ਦੇ ਗਿਆਨ ਦੀ ਵਿਚਾਰ ਕਰਦੇ। ਜਿਨ੍ਹਾਂ ਦੇ ਹਿਰਦੇ ਰੂਪੀ ਪੋਤੇ ਖਜ਼ਾਨੇ ਦੇ ਅੰਦਰ ਸਾਧ ਸੰਗਤ ਜੀ ਸ਼ੁਭ ਗੁਣਾ ਰੂਪੀ ਪੁੰਨ ਨਹੀਂ ਹਨ ਜਾਂ ਸੇਵਾ ਦਾ ਪੁੰਨ ਨਹੀਂ ਕੀਤਾ ਹੈ, ਉਹਨਾਂ ਦੇ ਅੰਦਰ ਇਹ ਵਿਚਾਰ ਨਹੀਂ ਫੁਰਦੀ। ਉਹਨਾਂ ਨੂੰ ਵਿਚਾਰ ਇਹੀ ਫੁਰੀ ਜਾਂਦੀ ਹੈ ਸੰਸਾਰ ਵਾਲੀ, ਮਾਇਆ ਵਾਲੀ, ਪਦਾਰਥਾਂ ਵਾਲੀ ਵਿਚਾਰ ਫੁਰੀ ਜਾਂਦੀ ਹੈ। ਪਰ ਜਿਨ੍ਹਾਂ ਦੇ ਹਿਰਦੇ ਰੂਪੀ ਪੋਤੇ ਖਜ਼ਾਨੇ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੇਵਾ ਰੂਪੀ ਪੁੰਨ ਕੀਤਾ ਹੈ, ਸ਼ੁਭ ਗੁਣਾ ਰੂਪੀ ਪੁੰਨ ਹਨ, ਤੇ ਉਹਨਾਂ ਨੇ ਸੇ ਗਿਆਨ ਵਿਚਾਰੀ। ਉਹ ਆਪਣੇ ਸਰੂਪ ਦੇ ਗਿਆਨ ਦੀ ਵਿਚਾਰ ਕਰਦੇ ਐ ਕਿ ਮੇਰਾ ਅਸਲ ਰੂਪ ਕੀ ਹੈ। ਮੈਂ ਸਰੀਰ ਕਰਕੇ ਸੰਸਾਰ ਵਿੱਚ ਆਇਆ ਤੇ ਇਹ ਸਰੀਰ ਤਾਂ ਦੇਹਾਂ ਸਥਿਰ ਨਹੀਂ ਰਹਿੰਦੀਆਂ, ਤੇ ਕੀ ਮੈਂ ਦੁੱਖ ਸੁੱਖ ਭੋਗਣੀ ਆਇਆ ਸੰਸਾਰ ਦੇ ਅੰਦਰ, ਜਨਮ ਲੈ ਕੇ ਫਿਰ ਮਰਨ ਵਾਸਤੇ ਹੀ ਆਇਆ ਇਸ ਸੰਸਾਰ ਦੇ ਅੰਦਰ। ਉਹ ਫਿਰ ਗਿਆਨ ਨੂੰ ਹਾਸਲ ਕਰਦੇ ਐ, ਸਤਿਗੁਰੂ ਜੀ ਦੇ ਸ਼ਬਦ ਦੁਆਰਾ ਗਿਆਨ ਪ੍ਰਾਪਤ ਕਰਕੇ ਵਿਚਾਰ ਕਰਦੇ ਐ, ਤੇ ਉਸ ਵਿਚਾਰ ਦੇ ਨਾਲ ਉਸ ਮੰਥਨ ਦੇ ਨਾਲ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਆਪਣਾ ਅਸਲ ਸਰੂਪ ਲੱਭ ਪੈਂਦਾ ਹੈ। ਬੜੇ ਖੁਸ਼ ਹੋ ਜਾਂਦੇ ਐ ਕਿ ਮੈਂ ਤਾਂ ਜੰਮਣ ਮਰਨ 'ਚ ਹੈ ਨਹੀਂ, ਮੈਂ ਤਾਂ ਦੁੱਖ ਸੁੱਖ ਭੋਗਣ ਨਹੀਂ ਆਇਆ। ਇਉਂ ਸਰੂਪ ਲੱਭ ਪੈਂਦਾ ਆਪਣਾ ਅਸਲੀ ਆਤਮਾ ਸਰੂਪ ਜਿਹੜਾ ਹੈ ਉਸ ਨੂੰ ਫਿਰ ਪ੍ਰਾਪਤ ਕਰ ਲੈਂਦੇ ਐ। ਇਉਂ ਜਿਨ੍ਹਾਂ ਦੇ ਹਿਰਦੇ ਰੂਪੀ ਪੋਤੇ ਖਜ਼ਾਨੇ ਦੇ ਅੰਦਰ ਸ਼ੁਭ ਗੁਣਾ ਰੂਪੀ ਪੁੰਨ ਹਨ, ਉਹਨਾਂ ਨੂੰ ਇਹ ਵਿਚਾਰ ਸ਼ੁਭ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਵੇਖੋ ਚੰਗਾ ਕਰਮ ਨਿਸ਼ਕਾਮ ਕਰਮ ਨਹੀਂ ਕੀਤਾ, ਸ਼ੁਭ ਗੁਣ ਨਹੀਂ ਕਮਾਏ, ਗੁਰੂ ਜੀ ਦੀ ਸੇਵਾ ਦਾ ਪੁੰਨ ਕਰਮ ਨਹੀਂ ਕਮਾਇਆ, ਤੇ ਉਹਨਾਂ ਨੂੰ ਇਹ ਵਿਚਾਰ ਨਹੀਂ ਫੁਰਦੀ। ਉਹਨਾਂ ਦੇ ਅੰਦਰ ਫਿਰ ਗਲਤ ਵਿਚਾਰਾਂ ਹੀ ਚੱਲਦੀਆਂ ਰਹਿੰਦੀਆਂ, ਅਸ਼ਲੀਲ ਫੁਰਨੇ ਮਨ ਦੇ ਵਿੱਚ ਚੱਲਦੇ ਰਹਿੰਦੇ ਐ। ਇਸੇ ਕਰਕੇ ਹਜੂਰ ਨੇ ਆਗਿਆ ਕੀਤੀ ਹੈ ਕਿ ਸਤਿਗੁਰੂ ਜੀ ਦੀ ਸੇਵਾ ਵੀ ਕੀਤੀ ਬੜੀ ਫਲਦਾਇਕ ਹੈ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਮਹਾਰਾਜ ਜੀ ਦੇ ਸੇਵਾ ਚਰਨਾਂ ਦੀ ਕਰਨੇ ਕਰਕੇ ਕੋਈ ਵੀ ਗੁਰੂ ਘਰ ਦੀ ਸੇਵਾ ਪ੍ਰਾਪਤ ਹੋਵੇ ਤੇ ਉਹਦੇ ਨਾਲ ਮੈਲ ਲੱਥਦੀ ਹੈ, ਗਿਆਨ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਜਦੋਂ ਸੇਵਾ ਰੂਪੀ ਪੁੰਨ ਹਿਰਦੇ ਵਿੱਚ ਆ ਜਾਵੇ। ਇਹੋ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਭਾਈ ਇਹ ਗਿਆਨ ਦਾ ਜਿਹੜਾ ਪ੍ਰਸਾਦ ਹੈ ਉਹ ਪ੍ਰਾਪਤ ਹੁੰਦਾ ਹੈ, ਵਿਚਾਰ ਕਰਕੇ ਜਾਣ ਲੈਂਦੇ ਹੈ ਕਿ ਮੇਰਾ ਅਸਲ ਸਰੂਪ ਕੀ ਹੈ। ਜਿਨਾ ਪੋਤਾ ਪੁੰਨ ਤਿਨ ਹਉਮੈ ਮਾਰੇ, ਜਿਨ੍ਹਾਂ ਦੇ ਹਿਰਦੇ ਰੂਪੀ ਪੋਤਾ ਖਜ਼ਾਨੇ ਦੇ ਅੰਦਰ ਸ਼ੁਭ ਗੁਣਾ ਰੂਪੀ ਪੁੰਨ ਹਨ, ਉਹਨਾਂ ਨੇ ਹਉਮੈ ਮਾਰੀ ਹੈ। ਨਹੀਂ ਤੇ ਹਉਮੈ ਕਿੱਥੋਂ ਮਰਦੀ ਹੈ? ਇਹ ਨਹੀਂ ਹੰਗਤਾ ਖਹਿੜਾ ਛੱਡਦੀ, ਅੰਦਰੋਂ ਹੀ ਉਹਨਾਂ ਨੂੰ ਇਹ ਗਿਆਨ ਦੀ ਵਿਚਾਰ ਦੁਆਰਾ ਪਤਾ ਲੱਗ ਜਾਂਦਾ ਹੈ, ਆਪਣੇ ਆਪੇ ਵੱਲ ਝਾਤੀ ਪੈ ਜਾਂਦੀ ਹੈ। ਤੇ ਫਿਰ ਜਦੋਂ ਆਪਣੇ ਆਪ ਨੂੰ ਵੇਖਦੇ ਆ, ਮਨਾ ਵੇਖ ਤੂੰ ਜਨਮ ਲਿਆ ਸੰਸਾਰ ਵਿੱਚ, ਕਦੇ ਸ਼ੁਭ ਕਰਮ ਨਹੀਂ ਕੀਤਾ, ਕਦੇ ਤੂੰ ਚੰਗੇ ਕਰਮ ਨਹੀਂ ਕਮਾਏ, ਔਗਣ ਕਰਦੇ ਤੇਰੀ ਜ਼ਿੰਦਗੀ ਬੀਤ ਗਈ ਹੈ। ਗੁਰੂ ਮਹਾਰਾਜ ਤੇਰੇ ਤੇ ਤਰੁੱਠ ਗਏ ਹੈ ਕਿ ਤੇਰੇ ਚੰਗੇ ਪਿਛਲੇ ਕਰਮ ਵੇਖ ਕਰਕੇ। ਸਤਿਗੁਰੂ ਜੀ ਦੇ ਅੱਗੇ ਉਹ ਝੁਕ ਜਾਂਦੇ ਆ, ਮਹਾਰਾਜ ਸਾਨੂੰ ਆਪ ਹੀ ਕਿਰਪਾ ਕਰਕੇ ਬਖਸ਼ ਲਓ, ਕਿਉਂਕਿ ਤੁਹਾਡੇ ਤੋਂ ਬਿਨਾਂ ਮਹਾਰਾਜ ਸਾਨੂੰ ਬਖਸ਼ ਵੀ ਕੋਈ ਨਹੀਂ ਸਕਦਾ।
ਐਡੇ ਗੁਨਾਹ ਨੇ, ਇੰਨੇ ਔਗਣ ਨੇ। ਸੱਚੇ ਪਾਤਸ਼ਾਹ ਜੀ ਤੁਹਾਡੇ ਵਰਗਾ ਕੋਈ ਦਿਆਲੂ ਤੇ ਕਿਰਪਾਲੂ ਨਹੀਂ। ਉਹਨਾਂ ਦੇ ਅੰਦਰ ਫਿਰ ਹਉਮੈ ਮਰ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ। ਆਪਣੇ ਔਗਣ ਵੇਖ ਕਰਕੇ ਮਨ ਝੁਕ ਜਾਂਦਾ ਹੈ। ਸਤਿਗੁਰੂ ਜੀ ਦੇ ਕਿਰਪਾ ਦ੍ਰਿਸ਼ਟੀ ਨਾਲ ਫਿਰ ਔਗਣ ਨਾਸ਼ ਹੁੰਦੇ ਚਲੇ ਜਾਂਦੇ ਆ, ਗੁਣਾਂ ਦੇ ਨਾਲ ਭਰਪੂਰ ਹੋ ਜਾਂਦੇ ਆ। ਵਾਹਿਗੁਰੂ ਜੀ ਦੇ ਸਰੂਪ ਦੇ ਅੰਦਰ ਉਹ ਪੁਰਖ ਅਭੇਦ ਹੁੰਦਾ ਜਿਹਦੀ ਹਉਮੈ ਮਰ ਜਾਂਦੀ। ਜਿੰਨਾ ਚਿਰ ਹਉਮੈ ਨਹੀਂ ਮਰਦੀ ਉਹਨਾਂ ਚਿਰ ਇਹ ਸਫ਼ਰ ਸ਼ੁਰੂ ਹੀ ਨਹੀਂ ਹੁੰਦਾ। ਮਹਾਰਾਜ ਨੇ ਕਿਹਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹ ਪੁੰਨ ਹਨ ਨਾ, ਸ਼ੁਭ ਗੁਣਾਂ ਦੇ ਸੇਵਾ ਸਿਮਰਨ ਦਾ ਪੁੰਨ ਹੈ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਉਹ ਹਉਮੈ ਨੂੰ ਮਾਰ ਲੈਂਦੇ ਆ, ਫਿਰ ਉਹਨਾਂ ਨੂੰ ਸਤਿਗੁਰੂ ਜੀ ਸ਼ਕਤੀ ਦੇ ਦਿੰਦੇ ਆ, ਉਹਨਾਂ ਦੇ ਅੰਦਰ ਬਲ ਆ ਜਾਂਦਾ, ਆਪਣੀ ਹਉਮੈ ਨੂੰ ਨਾਸ਼ ਕਰ ਦਿੰਦੇ ਆ। ਨਾਨਕ ਜੋ ਨਾਮ ਰਤੇ ਤਿਨ ਕਾ ਬਲ ਹਾਰੇ। ਮਹਾਰਾਜ ਜਿਨ੍ਹਾਂ ਨੂੰ ਨਾਮ ਦਾ ਪਿਆਰ ਲੱਗ ਜਾਂਦਾ ਹੈ, ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਐ, ਆਪ ਜੀ ਉਹਨਾਂ ਦਾ ਕਿੱਡਾ ਕੁ ਮਾਣ ਕਰਦੇ ਹੋ। ਹਜੂਰ ਕਹਿੰਦੇ ਅਸੀਂ ਤਾਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ। ਗੁਰਸਿੱਖੋ, ਜਿਨ੍ਹਾਂ ਦੀ ਨਾਮ ਵਿੱਚ ਸੁਰਤੀ ਭਿੱਜੀ ਰਹਿੰਦੀ ਹਰ ਵੇਲੇ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਉਹਨਾਂ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ। ਗੌੜੇ ਗੁਆਰੇ ਰੇ ਮਹਲਾ ਤੀਜਾ। ਰਾਗ ਗੌੜੀ ਵਿੱਚ ਗੁਆਰੇਰੀ ਜਾਤੀ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਤੂੰ ਅਕਥਾ ਕਿਉਂ ਕਥਿਆ ਜਾਹੇ। ਹੇ ਵਾਹਿਗੁਰੂ ਤੂੰ ਅਕਥਮ ਹੈ ਤੇ ਤੈਨੂੰ ਕਥਨ ਕਿਵੇਂ ਕੀਤਾ ਜਾ ਸਕਦਾ ਹੈ। ਨਾ ਸ਼ਕਤੀ ਕਰਕੇ, ਨਾ ਬਿਰਤੀ ਕਰਕੇ, ਨਾ ਸਾਧ ਸੰਗਤ ਜੀ ਸ਼ਾਸਤਰਾਂ ਕਰਕੇ, ਕਿਸੇ ਪ੍ਰਕਾਰ ਵੀ ਵਾਹਿਗੁਰੂ ਦੇ ਸਰੂਪ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਕਥਵ ਹੈ, ਉਹ ਕਥਨ ਵਿੱਚ ਆਉਂਦਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਤੂੰ ਅਕਥਵ ਹੈ, ਤੈਨੂੰ ਕਥਨ ਨਹੀਂ ਕੀਤਾ ਜਾ ਸਕਦਾ। ਗੁਰ ਸ਼ਬਦ ਮਾਰਣ ਮਨ ਮਾਹੇ ਸਮਾਹੇ। ਮਹਾਰਾਜ ਫਿਰ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਹੈ ਨਾ ਗੁਰਸਿੱਖੋ, ਮਹਾਰਾਜ ਆਪਣੇ ਸ਼ਬਦ ਉਪਦੇਸ਼ ਦੁਆਰਾ ਐਸੀ ਬਖਸ਼ਿਸ਼ ਕਰਦੇ ਆ। ਪਰਮੇਸ਼ਰ ਦੇ ਸਰੂਪ ਨੂੰ ਜਦੋਂ ਲਖਣਾ ਬਿਰਤੀ ਦੁਆਰਾ ਕਥਨ ਕਰਦੇ ਆ ਨਾ, ਤੇ ਫਿਰ ਮਨ ਦਾ ਮੰਦਾ ਸੁਭਾਅ ਮਾਰ ਦਿੰਦੇ ਆ। ਮਹਾਰਾਜ ਸ਼ਬਦ ਚੋਟ ਮਾਰਦਾ ਸਿੱਧੀ ਮਨ ਦੇ ਉੱਤੇ, ਹੋਰ ਕੋਈ ਚੀਜ਼ ਮਨ ਤੱਕ ਪਹੁੰਚਦੀ ਨਹੀਂ। ਮਨ ਦੇ ਉੱਤੇ ਜੇ ਚੋਟ ਲੱਗਦੀ ਹੈ ਤੇ ਸ਼ਬਦ ਦੀ ਚੋਟ ਲੱਗਦੀ ਹੈ। ਜਿਹੜੇ ਫਿਰ ਸੁਣ ਕੇ ਇਹ ਨਹੀਂ ਕਿ ਉਹਨਾਂ ਦੇ ਚੋਟ ਨਹੀਂ ਵੱਜਦੀ, ਪਤਾ ਉਹਨਾਂ ਨੂੰ ਹੁੰਦਾ ਹੈ, ਪਰ ਉਹ ਕਮਾਉਣੋਂ ਅਸਮਰੱਥ ਹੁੰਦੇ। ਇਸ ਕਰਕੇ ਇਸ ਨੂੰ ਔਖਾ ਜਾਣ ਕਰਕੇ ਤੇ ਸੰਗਤ ਨੂੰ ਛੱਡ ਦਿੰਦੇ ਆ। ਜਿਹੜੀ ਸਾਧ ਸੰਗਤ ਜੀ ਔਖੀ ਚੀਜ਼ ਹੈ ਨਾ, ਉਹਨੂੰ ਜੇ ਤਾਂ ਫਿਰ ਪ੍ਰੇਮ ਹੋਵੇ ਤਾਂ ਕਰ ਸਕੀਦਾ ਹੈ, ਤੇ ਜੇ ਪ੍ਰੇਮ ਵੀ ਨਹੀਂ ਲੱਗਾ ਤੇ ਸੁਣ ਕਰਕੇ ਜਿਹੜੇ ਆ ਜੀਵ ਉੱਠ ਕਰਕੇ ਚਲੇ ਜਾਂਦੇ ਆ, ਰਸ ਉਹਨਾਂ ਕੋ ਛੁੱਟਦੇ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਪਦੇਸ਼ ਬਖਸ਼ਿਸ਼ ਕਰਦੇ ਆ ਨਾ, ਹੈ ਤਾਂ ਪਰਮੇਸ਼ਰ ਅਕਾਥੀ। ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਆ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ, ਪਰ ਹਜੂਰ ਕਥਨ ਕਿਉਂ ਕਰਦੇ ਆ? ਫਿਰ ਮਹਾਰਾਜ ਇਸ ਕਰਕੇ ਕਥਨ ਕਰਦੇ ਆ ਕਿ ਸਿੱਖ ਨੂੰ ਗਿਆਨ ਪ੍ਰਾਪਤ ਹੋਵੇ। ਵਾਹਿਗੁਰੂ ਜੀ ਦਾ ਜਸ ਕਥਨ ਕਰਨ ਨਾਲ ਪਰਮੇਸ਼ਰ ਵਿੱਚ ਅਭੇਦ ਹੋ ਜਾਈਦਾ ਹੈ। ਉਹਦਾ ਕਥਨ ਕਰਕੇ ਕੋਈ ਅੰਤ ਨਹੀਂ ਮਹਾਰਾਜ ਕਹਿੰਦੇ ਪਾ ਸਕਦਾ ਹੈ। ਗੁਰੂ ਸਾਹਿਬ ਜੀ ਆਪਣੇ ਸ਼ਬਦ ਉਪਦੇਸ਼ ਦੁਆਰਾ ਜਦੋਂ ਕਥਨ ਕਰਦੇ ਆ ਨਾ, ਲਖਣਾ ਬਿਰਤੀ ਦੁਆਰਾ, ਕਿ ਪਰਮੇਸ਼ਰ ਨਿਰਭਉ ਹੈ, ਨਿਰਵੈਰ ਹੈ, ਉਹ ਤਾਂ ਅਜਨਮਾ ਸਰੂਪ ਹੈ, ਸੁਤੇ ਪ੍ਰਕਾਸ਼ ਹੈ। ਫਿਰ ਇੰਨੇ ਲੱਖਣ ਸੁਣ ਸੁਣ ਕੇ ਵੇਖਣ ਨੂੰ ਵੀ ਦਿਲ ਕਰਦਾ ਨਾ ਜਗਿਆਸੂ ਦਾ, ਕਿ ਉਹ ਪਰਮੇਸ਼ਰ ਕੈਸਾ ਹੈ, ਉਹਦਾ ਦਰਸ਼ਨ ਕਿਹੋ ਜਿਹਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਆ ਉਹਦੀ ਪ੍ਰਾਪਤੀ ਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਫਿਰ ਗੁਰੂ ਸ਼ਬਦ ਦੀ ਕਮਾਈ ਕਰਕੇ ਆਪਣੇ ਮਨ ਦਾ ਮੰਦਾ ਸੁਭਾਅ ਮਾਰ ਲਿਆ ਨਾ, ਮਨ ਮਾਹੇ ਸਮਾਏ, ਉਹ ਅਕਥ ਪਰਮੇਸ਼ਰ ਉਹਨਾਂ ਦੇ ਅੰਦਰ ਆ ਕੇ ਸਮਾ ਜਾਂਦਾ ਹੈ। ਵਾਹਿਗੁਰੂ ਜੀ ਅੰਦਰ ਸਾਖਿਆਤ ਹੋ ਜਾਂਦੇ ਆ, ਜਿਸ ਪਰਮੇਸ਼ਰ ਦਾ ਸ਼ਬਦਾਂ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਐਸਾ ਉਹ ਸਾਧ ਸੰਗਤ ਜੀ ਜਿਹੜਾ ਵਿਲੱਖਣ ਹੈ, ਅਚਰਜ ਹੈ, ਵਿਸਮਾਦ ਹੈ, ਉਹ ਪਰਮੇਸ਼ਰ ਅੰਦਰ ਹੀ ਫਿਰ ਪ੍ਰਕਾਸ਼ ਹੋ ਜਾਂਦਾ ਹੈ।
ਉਸ ਪ੍ਰਕਾਸ਼ ਦੀ ਬਾਬਤ ਵੀ, ਉਸ ਅਨੁਭਵ ਦੀ ਬਾਬਤ, ਉਸ ਆਨੰਦ ਦੀ ਬਾਬਤ ਕਿਹਾ ਨਹੀਂ ਜਾ ਸਕਦਾ। ਜਿਹਦੇ ਅੰਦਰ ਉਹ ਪ੍ਰਕਾਸ਼ ਹੋ ਜਾਂਦਾ ਹੈ ਤੋ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ। ਮਾਰਨ ਮਸਾਲੇ ਨੂੰ ਵੀ ਕਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਦਾ ਮਸਾਲਾ ਜਿਹੜਾ ਜਿਨ੍ਹਾਂ ਨੇ ਸਾਧ ਸੰਗਤ ਜੀ ਮਨ ਦੇ ਅੰਦਰ ਪਾਉਣਾ ਕੀਤਾ ਨਾ, ਜਿਵੇਂ ਮਸਾਲੇ ਪਾ ਕਰਕੇ ਜਿਹੜਾ ਹੈ ਉਹ ਸਾਧ ਸੰਗਤ ਜੀ ਧਾਤ ਦਾ ਸੁਭਾਅ ਵੀ ਬਦਲ ਦਿੰਦੇ ਆ। ਇਵੇਂ ਜਿਨ੍ਹਾਂ ਨੇ ਆਪਣੇ ਮਨ ਦੇ ਅੰਦਰ ਮਹਾਰਾਜ ਦੇ ਸ਼ਬਦ ਦਾ ਮਾਰਨ ਮਸਾਲਾ ਪਾਇਆ ਨਾ, ਤੇ ਮਨ ਦਾ ਸੁਭਾਅ ਹੀ ਉਹਨਾਂ ਨੇ ਵਿਕਾਰਾਂ ਵੱਲੋਂ ਵਿਪਰਜੇ ਕਰ ਲਿਆ। ਮਨ ਦਾ ਸੁਤੇ ਹੀ ਸੁਭਾਅ ਸੀਗਾ ਕਿ ਹੁਣ ਅੱਗ ਨੂੰ ਕਿਹੜਾ ਕਿਸੇ ਨੇ ਦੱਸਿਆ ਕਿ ਉੱਪਰ ਨੂੰ ਉੱਠੀਦਾ ਹੈ, ਸੁਤੇ ਹੀ ਅੱਗ ਉੱਪਰ ਨੂੰ ਉੱਠਦੀ ਹੈ। ਇਵੇਂ ਸੁਤੇ ਹੀ ਬੱਚਿਆਂ ਨੂੰ ਵੀ ਭਾਵੇਂ ਕਿਸੇ ਨੇ ਚੀਜ਼ਾਂ ਸਿਖਾਈਆਂ ਨਹੀਂ ਹੁੰਦੀਆਂ, ਪਰ ਵੇਖ ਲਓ ਇਹ ਜਿਹੜਾ ਹੈ ਵਾਹਿਗੁਰੂ ਨਾਲ ਪ੍ਰੀਤ ਪਾਉਣ ਦੀ ਕਿੰਨੀ ਸਿੱਖਿਆ ਦਿੱਤੀ ਜਾਂਦੀ ਹੈ, ਤੇ ਵਿਕਾਰਾਂ ਦੀ ਸਿੱਖਿਆ ਉਨੀ ਤਾਂ ਦਿੱਤੀ ਨਹੀਂ ਜਾਂਦੀ, ਪਰ ਫਿਰ ਵੀ ਇਹ ਕਿਉਂ ਅੰਦਰ ਆ ਜਾਂਦੇ ਆ। ਸਮਾਜ ਵਿੱਚੋਂ ਸਭ ਕੁਝ ਹੀ ਆਪਣੇ ਆਪ ਹੀ ਗ੍ਰਹਿਣ ਕਰ ਲੈਂਦਾ ਹੈ ਮਨ, ਤੇ ਸੁਤੇ ਸੁਭਾਅ ਹੈ ਇਸ ਦਾ। ਫਿਰ ਮਹਾਰਾਜ ਨੇ ਕਿਹਾ ਕਿ ਜਦੋਂ ਪਾਪ ਕਰਮ ਅੰਦਰ ਜਨਮ ਲੈਂਦਾ ਰਹਿੰਦਾ ਹੈ ਤੇ ਉਥੋਂ ਵਾਸ਼ਨਾ ਮਰਦੀ ਨਹੀਂ, ਪਾਪੀ ਹੀ ਹੈ ਮੈਂ ਕਾਮ ਬਸਾਏ। ਮਹਾਰਾਜ ਕਿਹਾ ਮਨ ਚੰਚਲ, ਇਹ ਮਨ ਚੰਚਲ ਹੁੰਦਾ ਹੈ, ਇਸ ਕਰਕੇ ਉਹ ਥਿਰ ਹੀ ਨਹੀਂ ਰਹਿੰਦਾ ਹੈ, ਟਿਕਦਾ ਹੀ ਨਹੀਂ ਇੱਕ ਥਾਂ ਦੇ ਉੱਤੇ। ਗੁਰਮੁਖਾਂ ਨੇ ਉਹਦੇ ਵਿੱਚ ਸ਼ਬਦ ਦਾ ਮਸਾਲਾ ਪਾਇਆ। ਫਿਰ ਮਨ ਦਾ ਸੁਭਾਅ ਪਲਟਣ ਲਈ ਜਦੋਂ ਸ਼ਬਦ ਦਾ ਅਭਿਆਸ ਕੀਤਾ, ਮਨ ਪਹਿਲੋਂ ਬਸੁਰਤ ਜਿਹਾ ਹੋਇਆ ਰਹਿੰਦਾ ਹੈ, ਭਜਨ ਕਰਦਾ ਨਹੀਂ, ਸਰੀਰ ਤੇ ਨੀਂਦ ਆਉਂਦੀ ਹੈ, ਆਲਸ ਸੁੱਟ ਦਿੰਦਾ ਹੈ, ਸਾਰੀਆਂ ਹੀ ਚੀਜ਼ਾਂ ਵਿਆਪਦੀਆਂ ਆ ਕਰਕੇ, ਤੇ ਫਿਰ ਤਾਂ ਕੋਈ ਸੂਰਬੀਰ ਹੀ ਲੰਘਦਾ ਇਹਨਾਂ ਚੀਜ਼ਾਂ ਨੂੰ। ਕਿਉਂਕਿ ਜਿਹੜਾ ਸਾਧ ਸੰਗਤ ਜੀ ਭਗਤੀ ਦਾ ਕਰਨਾ ਨਾ, ਇਹ ਸਭ ਤੋਂ ਪਹਿਲਾਂ ਆਪਣੇ ਸਰੀਰ ਦੇ ਉੱਤੇ ਕਾਬੂ ਪਾਉਣਾ ਪੈਂਦਾ ਹੈ, ਭਾਵੇਂ ਕਿ ਸ਼ੁਰੂ ਵਿੱਚ ਹੱਠ ਹੀ ਕਰਨਾ ਪੈਂਦਾ ਹੈ। ਨੀਂਦ ਆਲਸ ਨੂੰ ਤਿਆਗ ਕਰਕੇ ਭਜਨ ਵਿੱਚ ਜੁੜੇ ਰਹਿੰਦੇ ਹੈ, ਸ਼ਬਦ ਨਾਲ ਹੌਲੀ ਹੌਲੀ ਫਿਰ ਪ੍ਰੀਤ ਪੈਂਦੀ ਹੈ। ਤੇ ਜਦੋਂ ਸ਼ਬਦ ਹਿਰਦੇ ਦੇ ਅੰਦਰ ਆ ਕਰਕੇ ਪ੍ਰਕਾਸ਼ ਦਾ ਹੈ, ਸ਼ਬਦ ਦਾ ਸਪਰਸ਼ ਮਿਲਦਾ ਹੈ, ਮਨ ਦਾ ਮੰਦਾ ਸੁਭਾਅ ਮਰ ਜਾਂਦਾ ਹੈ। ਫਿਰ ਉੱਥੇ ਸਾਧ ਸੰਗਤ ਜੀ ਕੀ ਹੁੰਦਾ ਹੈ, ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਫਿਰ ਮਨ ਦੇ ਅੰਦਰ ਮਹਾਰਾਜ ਸਾਹਿਬ ਜੀ ਨਾਮ ਨੂੰ ਵਸਾ ਦਿੰਦੇ ਆ। ਉਸ ਅਕਥ ਪਰਮੇਸ਼ਰ ਨੂੰ ਹਿਰਦੇ ਦੇ ਅੰਦਰ ਮਹਾਰਾਜ ਅਨੁਭਵੀ ਗਿਆਨ ਬਖਸ਼ ਕੇ ਪ੍ਰਕਾਸ਼ ਕਰ ਦਿੰਦੇ ਆ। ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ। हे ਵਾਹਿਗੁਰੂ, ਤੇਰੇ ਗੁਣ ਤਾਂ ਅਨੇਕ ਹੀ ਹੈ, ਉਹਨਾਂ ਦੀ ਕੀਮਤ ਪਾਈ ਨਹੀਂ ਜਾ ਸਕਦੀ ਕਿ ਕਿੰਨੇ ਕੁ ਗੁਣ ਮੈਂ। ਗੁਣਾ ਕਰਕੇ ਵੀ ਜਿਹੜਾ ਹੈ ਨਾ ਉਹ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਪਰ ਕੀ ਹੈ, ਗੁਣ ਧਾਰਨ ਕਰਨੇ ਪੈਂਦੇ ਆ। ਕਿਉਂ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਹੁੰਦੀ ਨਹੀਂ ਜੇ ਗੁਣ ਨਾ ਧਾਰਨ ਕਰੇ ਤਾਂ। ਸਾਰੇ ਹੀ ਗੁਣ ਵਾਹਿਗੁਰੂ ਦੇ ਐ। ਇਹ ਵਾਹਿਗੁਰੂ ਤੇਰੇ ਗੁਣ ਵੀ ਅਨੇਕ ਹੀ ਐ, ਤੇ ਉਹਨਾਂ ਗੁਣਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਤੇ ਕੀਮਤ ਜਿਹੜੀ ਹੈ ਤੇਰੀ ਕਿਸੇ ਕੋਲੋਂ ਪਾਈ ਨਹੀਂ ਜਾ ਸਕਦੀ। ਚਾਹੇ ਵਿਦਿਆ ਪੜ੍ਹ ਲੇ ਬੜੀ ਜ਼ਿਆਦੀ, ਤੀਖਣ ਬੁੱਧੀ ਵੀ ਧਾਰਨ ਕਰ ਲਵੇ, ਤੇਰੀ ਜਿਹੜੀ ਹੈ ਕੀਮਤ ਕੋਈ ਪਾ ਨਹੀਂ ਸਕਦਾ। ਜਿਸ ਕੇ ਬਾਣੇ ਤਿਸ ਮਾਹੇ ਸਮਾਣੇ। ਇਹ ਜੋ ਰੱਬੀ ਬਾਣੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ, ਇਹ ਤਿਸ ਪਰਮੇਸ਼ਰ ਦੇ ਘਰੋਂ ਆਈ ਹੋਈ ਬਾਣੀ ਹੈ। ਮਹਾਰਾਜ ਕਹਿੰਦੇ ਹੈ, ਤੇ ਜਿਹੜਾ ਇਸ ਬਾਣੀ ਨਾਲ ਜੁੜਦਾ ਹੈ, ਇਹ ਬਾਣੀ ਫਿਰ ਤਿਸ ਮਾਹੇ ਸਮਾਣੀ, ਉਹਦੇ ਵਿੱਚ ਹੀ ਜਾ ਕਰਕੇ ਸਮਾ ਜਾਂਦੀ ਹੈ। ਕਿਉਂਕਿ ਜਿੱਥੋਂ ਆਈ ਹੈ ਉੱਥੇ ਹੀ ਲੈ ਜਾਂਦੀ ਹੈ। ਜਿਵੇਂ ਨਾਰਦ ਮੁਨੀ ਦਾ ਪ੍ਰਸੰਗ ਸਤਿਗੁਰੂ ਜੀ ਨੇ ਬਾਣੀ ਦੀ ਮਹਿਮਾ ਵਿੱਚ ਸਤਿਗੁਰਾਂ ਜੀ ਨੇ ਦਿਖਾਇਆ ਸੀ, ਸਿੰਘਾਂ ਨੂੰ ਪ੍ਰੇਰਨਾ ਕੀਤੀ ਸੀਗੀ। ਉਹ ਹਮਾਇੂ ਪੰਛੀ ਦੇ ਖੰਭ ਮਹਾਰਾਜ ਨੂੰ ਭੇਟ ਕਰਕੇ ਜਦੋਂ ਨਾਰਦ ਮੁਨੀ ਖੁਸ਼ੀ ਲੈ ਕੇ ਗਿਆ, ਤੇ ਮਹਾਰਾਜ ਜੀ ਨੇ ਆਖਿਆ ਕਿ ਸਾਡੇ ਭਾਈ ਤੀਰਾਂ ਨੂੰ ਜੜਾ ਲਿਆਓ, ਪਰ ਖਿਆਲ ਰੱਖਿਓ ਹੱਥੋਂ ਨਾ ਛੱਡਿਓ। ਜਦੋਂ ਉਹ ਜੜਾ ਲਿਆਏ, ਹਮਾਇੂ ਪੰਛੀ ਦੇ ਖੰਭਾਂ ਵਿੱਚ ਕਹਿੰਦੇ ਸਿਫਤ ਹੁੰਦੀ ਹੈ ਕਿ ਉਹ ਜਿੱਥੇ ਉਹਨੂੰ ਖੰਭ ਛੱਡ ਦਿਓ, ਜਾਂ ਖੰਭ ਨੂੰ ਜਿਹੜੀ ਚੀਜ਼ ਵੀ ਜੜੀ ਹੋਈ ਹੈ ਤੇ ਉਹ ਜਦੋਂ ਛੱਡੀ ਦੇ ਆ, ਤੇ ਜਿਹੜੀ ਚੀਜ਼ ਨਾਲ ਜੜੀ ਹੈ ਉਹ ਵੀ ਉਡਾ ਕੇ ਖੰਭ ਉੱਥੇ ਹੀ ਲੈ ਜਾਂਦੇ ਜਿਸ ਦੇਸ਼ ਵਿੱਚ ਹਮਾਇੂ ਪੰਛੀ ਰਹਿੰਦਾ ਹੈ। ਉਹ ਇਸਲਾਮ ਵਿੱਚ ਵੀ ਉਸ ਨੂੰ ਮੰਨਦੇ ਆ ਕਿ ਸਤਵੇਂ ਆਕਾਸ਼ ਵਿੱਚ ਰਹਿੰਦਾ ਹੈ। ਰਹੁ ਵਿਚਾਰ ਸਤਿਗੁਰਾਂ ਜੀ ਨੇ ਜਫਰਨਾਮੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਹੈ, ਪਰ ਦਾ ਦ੍ਰਿਸ਼ਟਾਂਤ ਸਮਝਣ ਵਾਸਤੇ ਹੁੰਦਾ ਹੈ।
ਮਹਾਰਾਜ ਜੀ ਨੇ ਜਦੋਂ ਆਗਿਆ ਕੀਤੀ ਤੇ ਸਿੰਘ ਤੀਰਾਂ ਨਾਲ ਜੜ ਲਿਆਏ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਹਾਜ਼ਰ ਕੀਤੇ। ਮਹਾਰਾਜ ਫਿਰ ਆਖਿਆ ਕਿ ਸਾਡੀ ਖੁਸ਼ੀ ਹੋਵੇਗੀ ਜਿਹੜਾ ਭਾਈ ਸਾਡਾ ਤੀਰ ਚੱਕ ਕੇ ਲਿਆਵੇਗਾ। ਸਤਿਗੁਰਾਂ ਨੇ ਧਨੁਸ਼ ਦੇ ਵਿੱਚ ਪੂਰ ਕੇ ਤੀਰ ਛੱਡੇ ਤੇ ਪਰ ਉਹ ਤੀਰ ਜਾਂਦੇ ਤੇ ਆਕਾਸ਼ ਵੱਲ ਦਿਸੇ ਪਰ ਧਰਤੀ ਵੱਲ ਆਉਂਦੇ ਵੇਖੇ ਹੀ ਨਹੀਂ ਕਿਸੇ ਨੇ। ਬੜੀ ਬੜੀ ਦੂਰ ਤੱਕ ਗਏ ਬਹੁਤ ਸਾਰੇ ਸਿੰਘ ਪਰ ਪਤਾ ਹੀ ਨਹੀਂ ਲੱਗਾ। ਤੇ ਮਹਾਰਾਜ ਨੇ ਕਿਹਾ ਬਈ ਲਿਆਓ ਸਾਡੇ ਤੀਰ ਕੌਣ ਲੈ ਕੇ ਆਇਆ। ਕਹਿਣ ਲੱਗੇ ਮਹਾਰਾਜ ਤੀਰ ਤਾਂ ਧਰਤੀ ਤੇ ਆਏ ਨਹੀਂ ਸੱਚੇ ਪਾਤਸ਼ਾਹ, ਉਹ ਤਾਂ ਵੇਖਦਿਆਂ ਵੇਖਦਿਆਂ ਅੱਖੋਂ ਓਹਲੇ ਹੋ ਗਏ ਐ। ਮਹਾਰਾਜ ਨੇ ਫਿਰ ਕਿਹਾ ਖਾਲਸਾ ਜੀ ਇਹ ਤੁਹਾਨੂੰ ਅਸੀਂ ਦ੍ਰਿਸ਼ਟਾਂਤ ਧਰ ਕੇ ਦਿਖਾਇਆ ਹੈ, ਮਹਾਰਾਜ ਸਾਨੂੰ ਸਮਝ ਨਹੀਂ ਪਈ ਆਪ ਦੱਸੋ। ਹਜੂਰ ਨੇ ਕਿਹਾ ਇਹ ਹਮਾਯੂ ਪੰਛੀ ਦੇ ਖੰਭ ਸੀਗੇ ਇਹਨਾਂ ਤੀਰਾਂ ਨੂੰ ਜੜੇ ਹੋਏ ਤੇ ਉੱਥੇ ਹੀ ਇਹ ਤੀਰ ਲੈ ਗਏ ਨਾਲ ਖੰਭ ਉਡਾ ਕਰਕੇ ਜਿੱਥੇ ਹਮਾਯੂ ਪੰਛੀ ਆਪ ਰਹਿੰਦਾ ਹੈ। ਮਹਾਰਾਜ ਜੀ ਨੇ ਫਿਰ ਆਖਿਆ ਕਿ ਖਾਲਸਾ ਜੀ ਇਹ ਜਿਹੜੀ ਸਾਡੀ ਬਾਣੀ ਹੈ ਨਾ ਇਹ ਖੰਭਾਂ ਦੀ ਨਿਆਈ ਹੈ ਤੇ ਜਿਹੜਾ ਆਪਣੇ ਸਰੀਰ ਰੂਪੀ ਤੀਰ ਨੂੰ ਬਾਣੀ ਰੂਪੀ ਖੰਭ ਜੜ ਲੇਗਾ ਇਹ ਬਾਣੀ ਸੱਚਖੰਡ ਤੋਂ ਆਈ ਹੈ। ਜਿਸ ਪਰਮੇਸ਼ਰ ਤੋਂ ਆਈ ਹੈ ਨਾ ਤਿਸ ਮਾਹੇ ਸਮਾਣੀ ਉੱਥੇ ਹੀ ਜਾ ਕਰਕੇ ਬਾਣੀ ਸਮਾਉਂਦੀ ਹੈ ਤੇ ਜਿਹੜਾ ਫਿਰ ਬਾਣੀ ਨਾਲ ਜੁੜ ਜਾਂਦਾ ਹੈ ਉਹਨੂੰ ਫਿਰ ਇਹ ਸੱਚਖੰਡ ਹੀ ਲੈ ਜਾਂਦੀ ਹੈ ਨਾਲ। ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ ਜਿਸ ਕੇ ਬਾਣੇ ਤਿਸ ਮਾਹੇ ਸਮਾਣੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਭਾਈ ਜਿਸ ਪਰਮੇਸ਼ਰ ਦੀ ਇਹ ਬਾਣੀ ਹੈ ਧੁਰ ਕੀ ਬਾਣੀ ਤਿਸ ਪਰਮੇਸ਼ਰ ਦੇ ਅੰਦਰ ਹੀ ਅਭੇਦ ਹੈ ਸਮਾਈ ਹੋਈ ਹੈ। ਜਿਹੜਾ ਬਾਣੀ ਨੂੰ ਜਪਦਾ ਹੈ ਬਾਣੀ ਦਾ ਅਭਿਆਸ ਕਰਦਾ ਹੈ ਮਹਾਰਾਜ ਨੇ ਕਿਹਾ ਉਸ ਨੂੰ ਪਰਮੇਸ਼ਰ ਵਿੱਚ ਹੀ ਇਹ ਬਾਣੀ ਅਭੇਦ ਕਰ ਦਿੰਦੀ ਹੈ ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ। ਇਹ ਬਾਣੀ ਪਰਮੇਸ਼ਰ ਵਿੱਚ ਹੀ ਅਭੇਦ ਹੈ ਸਮਾਈ ਹੋਈ ਹੈ। ਜਿਹੜਾ ਕਹਿਣਾ ਕਿ ਬਾਣੀ ਕੱਲਾ ਉਪਦੇਸ਼ ਦਿੰਦੀ ਹੈ ਤੇ ਇਹ ਜਿਹੜਾ ਹੈ ਉਪਦੇਸ਼ ਪਾ ਕੇ ਬਸ ਨਾਮ ਜਪਣਾ ਚਾਹੀਦਾ ਬਾਣੀ ਪੜਨ ਦੀ ਲੋੜ ਨਹੀਂ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਿੱਖਿਆ ਦਿੰਦੇ ਹੈ ਕਿ ਬਾਣੀ ਆਪ ਭਾਈ ਪਰਮੇਸ਼ਰ ਵਿੱਚ ਅਭੇਦ ਰੂਪ ਹੈ ਬਾਣੀ ਪਰਮੇਸ਼ਰ ਰੂਪ ਹੀ ਹੈ। ਇਸ ਕਰਕੇ ਉਹ ਉੱਥੇ ਹੀ ਸਮਾ ਜਾਂਦਾ ਜਾ ਕਰਕੇ ਜਿਹੜਾ ਬਾਣੀ ਪੂਰੇ ਗੁਰੂ ਜੀ ਦੀ ਪੜਦਾ ਏ। ਤੇਰੇ ਅਕਾਥ ਕਥਾ ਗੁਰ ਸ਼ਬਦ ਵਖਾਣੇ। ਮਹਾਰਾਜ ਤੇਰੀ ਕਥਾ ਤਾਂ ਅਕਥ ਵੈ ਪਰ ਗੁਰੂ ਸਾਹਿਬ ਜੀ ਨੇ ਸ਼ਬਦ ਦੁਆਰਾ ਲਖਣਾ ਬਿਰਤੀ ਦੁਆਰਾ ਜਿਹੜੀ ਆ ਉਹ ਕਥਨ ਕੀਤੀ ਹੈ ਲਖਣ ਪ੍ਰਗਟ ਕਰਕੇ ਦੱਸੇ ਆ ਜਿਨ੍ਹਾਂ ਕਰਕੇ ਵਾਹਿਗੁਰੂ ਜੀ ਦਾ ਜਿਹੜਾ ਨਾ ਸੰਕੇਤ ਮਿਲਦਾ ਹੈ ਅੰਦਰ। ਪਹਿਲੋਂ ਸੰਕੇਤ ਮਿਲਦੇ ਆ ਕਿ ਉਹ ਕੈਸਾ ਸਰੂਪ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਨਾਮ ਸਦਾ ਰਹਿਣ ਵਾਲਾ ਹੈ। ਫਿਰ ਉਹ ਇਹੋ ਜਿਹਾ ਸਰੂਪ ਹੈ ਕਿ ਉਹਦੇ ਤੋਂ ਹੀ ਸਾਰੀ ਉਤਪਤੀ ਹੋਈ ਹੈ। ਬਾਕੀ ਜਿੰਨੀ ਕਾਇਨਾਤ ਸਾਨੂੰ ਦਿਖਾਈ ਦਿੰਦੀ ਹੈ ਇਹਦਾ ਆਪਣੇ ਆਪ ਵਿੱਚ ਵਜੂਦ ਨਹੀਂ, ਵਜੂਦ ਰੂਪ ਵਿੱਚ ਪਰਮੇਸ਼ਰ ਵੈ। ਪਰਮੇਸ਼ਰ ਦੇ ਲੱਖਣ ਜਦੋਂ ਸਤਿਗੁਰੂ ਜੀ ਆਪਣੇ ਸ਼ਬਦੋਪਦੇਸ਼ ਦੁਆਰਾ ਕਥਨ ਕਰਦੇ ਹੈ ਉਦੋਂ ਫਿਰ ਜਗਿਆਸੂਆਂ ਨੂੰ ਸਾਧ ਸੰਗਤ ਜੀ ਚਾਅ ਤੇ ਉਮਾਹ ਪੈਦਾ ਹੁੰਦਾ ਹੈ। ਹਜੂਰ ਕਹਿੰਦੇ ਨੇ ਅਕਥ ਹੈ ਕਥਾ ਤੇਰੀ ਪਰਮੇਸ਼ਰ ਕੋਈ ਸੰਪੂਰਨ ਕਥਾ ਨਹੀਂ ਤੇਰੀ ਕਥਨ ਕਰ ਸਕਦਾ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਸ਼ਬਦ ਉਪਦੇਸ਼ ਦੁਆਰਾ ਵਾਹਿਗੁਰੂ ਦੇ ਅਕਥ ਸਰੂਪ ਨੂੰ ਕਥਨ ਕਰਦੇ ਆ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਜਹ ਸਤ ਗੁਰ ਤਹ ਸਤ ਸੰਗਤ ਬਣਾਏ। ਮਹਾਰਾਜ ਜਿੱਥੇ ਸਤਿਗੁਰੂ ਜੀ ਅਕਥ ਸਰੂਪ ਨੂੰ ਕਥਨ ਕਰਦੇ ਆ ਉਹ ਕਹੇ ਜਿਹਾ ਥਾਂ ਹੈ। ਮਹਾਰਾਜ ਕਹਿੰਦੇ ਜਿੱਥੇ ਸਤਿਗੁਰੂ ਜੀ ਆਪ ਹਨ ਉੱਥੇ ਸਤ ਸੰਗਤ ਬਣਾਈ ਹੈ ਪਰਮੇਸ਼ਰ ਨੇ। ਪਹਿਲਾਂ ਰਿਖੀ ਮੁਨੀ ਇਕੱਠ ਜ਼ਰੂਰ ਕਰਦੇ ਸੀਗੇ ਪਰ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਬਣਾਈ ਹੈ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਜਿੱਥੇ ਜਿੱਥੇ ਵੀ ਸੱਚੇ ਪਾਤਸ਼ਾਹ ਜੀ ਗਏ ਹੈ ਸੰਸਾਰ ਦੇ ਅੰਦਰ ਚਰਨ ਪਾਏ ਹੈ ਉੱਥੇ ਉੱਥੇ ਮਹਾਰਾਜ ਸੰਗਤ ਕਾਇਮ ਕੀਤੀ ਹੈ। ਕੜਾ ਪ੍ਰਸ਼ਾਦੀ ਦੇਗ ਤਿਆਰ ਕਰਨ ਦੀ ਆਗਿਆ ਕੀਤੀ, ਕੀਰਤਨ ਭਜਨ ਕਰਨ ਦੀ ਆਗਿਆ ਕੀਤੀ। ਕਿਹਾ ਸਿੱਖੋ ਜਦੋਂ ਤੁਸੀਂ ਕਿਸੇ ਔਕੜ ਵਿੱਚ ਫਸ ਜਾਓਗੇ ਸੰਗਤ ਕਰਕੇ ਤੇ ਕੜਾ ਪ੍ਰਸ਼ਾਦੀ ਦੇਗ ਕਰਕੇ ਮਹਾਰਾਜ ਕਹਿੰਦੇ ਸਾਨੂੰ ਚੇਤੇ ਕਰਿਓ ਸਭ ਕਾਰਜਾਂ ਵਿੱਚ ਫਤਿਹਯਾਬੀ ਕਰਾਂਗੇ। ਸਾਰੇ ਕਾਰਜ ਜਿਹੜੇ ਤੁਹਾਡੇ ਪੂਰੇ ਹੋ ਜਾਣਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਗਤ ਬਣਾਈ ਹੈ ਤੇ ਸੰਗਤ ਉੱਥੇ ਹੈ ਜਿੱਥੇ ਸਤਿਗੁਰੂ ਜੀ ਹਨ। ਸਤਿਗੁਰੂ ਜੀ ਤੋਂ ਬਿਨਾਂ ਸਾਧ ਸੰਗਤ ਜੀ ਇਹ ਸੰਗਤ ਨਹੀਂ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਜਹ
ਜਹ ਸਤ ਗੁਰ ਸਹਜੇ ਹਰ ਗੁਣ ਗਾਏ। ਜਿੱਥੇ ਸਤਿਗੁਰੂ ਜੀ ਆਪ ਬਰਾਜਦੇ ਐ ਉਥੇ ਸੁਤੇ ਹੀ ਹਰੀ ਦੇ ਗੁਣਾਂ ਨੂੰ ਗਾਈ ਜਾਂਦੇ ਆ ਜੀਵ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਪਹਿਲਾ ਸਰੂਪ ਧਾਰਨ ਕੀਤਾ ਸੀ ਨਾ ਤੇ ਸਾਧ ਸੰਗਤ ਜੀ ਏਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਵਰਤਦੀ ਸੀ ਕਿ 12 ਕੋਹ ਤੱਕ ਮਾਇਆ ਛਲ ਨਹੀਂ ਸੀ ਕਰ ਸਕਦੀ। ਸੱਚੇ ਪਾਤਸ਼ਾਹ ਜੀ ਜਿੱਥੇ ਬੈਠਦੇ ਸੀ ਉਥੇ ਸੁਤੇ ਪਸ਼ੂ ਪਕਸ਼ੀ ਵੀ ਹਰੀ ਜਸ ਨਾਲ ਜੁੜ ਜਾਂਦੇ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਬੈਠ ਜਾਂਦੇ ਆਪ ਉੱਥੇ ਹੀ ਸੰਗਤ ਬਣ ਜਾਂਦੀ ਹੈ, ਕਿਉਂਕਿ ਮਹਾਰਾਜ ਨਾਮ ਦੀ ਮਹਿਮਾ ਕਰਦੇ ਆ। ਸੱਚੇ ਪਾਤਸ਼ਾਹ ਹਜੂਰ ਨੇ ਸੰਗਤ ਦੇ ਲੱਖਣ ਵੀ ਕਹੇ ਆ ਨਾ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਜਿੱਥੇ ਇੱਕ ਨਾਮ ਦੀ ਉਸਤਤ ਕੀਤੀ ਜਾਂਦੀ ਹੈ ਫਿਰ ਕਿਹਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਹੀ ਵਾਹਿਗੁਰੂ ਜੀ ਦਾ ਵਾਸ ਹੈ। ਜਿੱਥੇ ਸਤਿਗੁਰੂ ਜੀ ਹਨ ਉਥੇ ਸਤ ਸੰਗਤ ਬਣਾਈ ਹੈ ਨਿਰੰਕਾਰ ਨੇ ਤੇ ਕਿਹਾ ਕਿ ਜਿਹੜਾ ਜਿਹੜਾ ਸਤ ਸੰਗਤ ਨਾਲ ਜੁੜੇਗਾ ਸਤਿਗੁਰੂ ਜੀ ਨਾਲ ਜੁੜੇਗਾ ਜਹ ਸਤਿਗੁਰ ਸਹਜੇ ਹਰ ਗੁਣ ਗਾਈ। ਸਹਜੇ ਸ਼ਾਂਤੀ ਪੂਰਵਕ ਹਰੀ ਦੇ ਗੁਣਾਂ ਨੂੰ ਜੀਵ ਗਾਉਂਦੇ ਜਿਨ੍ਹਾਂ ਦੇ ਮਨ ਨਹੀਂ ਸੀ ਲੱਗਦੇ, ਜਿਹੜੇ ਕਹਿੰਦੇ ਸਾਥੋਂ ਭਜਨ ਹੁੰਦਾ ਨਹੀਂ। ਸਤਿਗੁਰੂ ਜੀ ਦੀ ਸੰਗਤ ਕਰਕੇ ਇਹੋ ਜੀ ਪ੍ਰੀਤ ਦੀ ਰੀਤ ਲੱਗਦੀ ਹੈ, ਇਹੋ ਜਿਹਾ ਪਿਆਰ ਦਾ ਰੰਗ ਲੱਗਦਾ ਹੈ ਕਿ ਮਹਾਰਾਜ ਸਾਹਿਬ ਜੀ ਕਦੇ ਵਿਸਰਦੇ ਹੀ ਨਹੀਂ। ਫਿਰ ਸੁਤੇ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਿੱਚ ਚਿੱਤ ਲੱਗ ਜਾਂਦਾ ਏ। ਜਹ ਸਤ ਗੁਰ ਤਹਾਂ ਹਉ ਮੈਂ ਸ਼ਬਦ ਜਲਾਏ। ਜਿੱਥੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪ ਹਨ ਉਥੇ ਸ਼ਬਦ ਦੀ ਕਮਾਈ ਕਰਦੇ ਹੋਏ ਗੁਰਸਿੱਖ ਆਪਣੇ ਅੰਦਰੋਂ ਹਉਮੈ ਨੂੰ ਜਾਲ ਲੈਂਦੇ ਆ, ਹੰਕਾਰ ਨੂੰ ਸਾੜ ਦਿੰਦੇ ਆ, ਸ਼ਬਦ ਦੀ ਕਮਾਈ ਕਰਦੇ ਆ। ਇੰਨਾ ਗੋਇੰਦਵਾਲ ਸਾਹਿਬ ਦੇ ਅੰਦਰ ਉਤਸ਼ਾਹ ਹੁੰਦਾ ਸੀ। ਕੋਈ ਤਾਂ ਰਾਤ 12 ਵਜੇ ਤੱਕ ਜਾਗ ਕੇ ਭਜਨ ਕਰਦਾ ਹੈ, ਕੋਈ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਜਾਣ ਕਰਕੇ ਉੱਠ ਕੇ ਭਜਨ ਕਰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੰਗਤ ਵਿੱਚ ਸ਼ਬਦ ਦੀ ਕਲਾ ਹੀ ਵਰਤਦੀ ਹਰ ਵੇਲੇ। ਮਹਾਰਾਜ ਆਪ ਵੀ ਹਜੂਰ ਤਖਤ ਤੇ ਸਜਦੇ ਐ ਤੇ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਮਹਿਮਾ ਕਰਦੇ। ਮਹਾਰਾਜ ਜੀ ਦਾ ਉਪਦੇਸ਼ ਸੁਣ ਕਰਕੇ ਜਿਹੜੇ ਕੋਈ ਗੁਰਸਿੱਖ ਥੋੜੇ ਚਿਰ ਦੇ ਆਏ ਹੁੰਦੇ ਐ ਉਹਨਾਂ ਨੂੰ ਸਮਝ ਨਹੀਂ ਪੈਂਦੀ ਤੇ ਫਿਰ ਉਹਨਾਂ ਗੁਰਸਿੱਖਾਂ ਕੋਲੋਂ ਪੁੱਛਦੇ ਆ ਕਿ ਅੱਜ ਹਜੂਰ ਨੇ ਕੀ ਆਗਿਆ ਕੀਤੀ। ਸਿੱਖ ਫਿਰ ਆਪਸ ਵਿੱਚ ਵੀ ਮਹਾਰਾਜ ਦੇ ਕਹੇ ਹੋਏ ਉਪਦੇਸ਼ ਦੀ ਚਰਚਾ ਕਰਦੇ ਐ ਕਿ ਸਤਿਗੁਰੂ ਜੀ ਨੇ ਇਉਂ ਆਗਿਆ ਕੀਤੀ ਹੈ, ਮਹਾਰਾਜ ਦੀ ਅੱਜ ਆਹ ਸਿੱਖਿਆ ਹੋਈ ਹੈ। ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹਨਾਂ ਨੂੰ ਵੀ ਸਿੱਖ ਜਿਹੜੇ ਆ ਦੱਸ ਕੇ ਦ੍ਰਿੜ ਕਰਦੇ ਆ। ਤੇ ਵੇਖੋ ਕੈਸੀ ਸੰਗਤ ਦਾ ਇਹ ਸਾਧ ਸੰਗਤ ਜੀ ਅਸਰ ਹੈ ਜਿਨ੍ਹਾਂ ਦੇ ਅੰਦਰ ਕਮਾਈ ਸਿਖਰਾਂ ਤੱਕ ਪਹੁੰਚ ਗਈ ਹੈ। ਨੇਤਰ ਹਰ ਵੇਲੇ ਪਿਆਰ ਵਿੱਚ ਭਿੱਜੇ ਰਹਿੰਦੇ ਆ। ਜਦੋਂ ਕੋਈ ਇਹੋ ਜਿਹਾ ਸੰਸਾਰੀ ਪੁਰਖ ਵੀ ਆ ਕਰਕੇ ਉਹਨਾਂ ਦਾ ਦਰਸ਼ਨ ਕਰਦਾ ਨਾ ਵੇਖ ਕੇ ਹੀ ਉਹਨੂੰ ਰੰਗ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਸੰਗਤ ਵਿੱਚ ਐਸੇ ਪਿਆਰ ਵਾਲੇ ਐ, ਇੰਨਾ ਮਿੱਠਾ ਬੋਲਦੇ ਐ, ਇੰਨੀ ਹਲੀਮੀ ਐ ਇਹਨਾਂ ਦੇ ਅੰਦਰ। ਤੇ ਗੁਰਸਿੱਖ ਆਪਸ ਵਿੱਚ ਵੀ ਜਦੋਂ ਗੱਲਾਂ ਕਰਦੇ ਐ ਬਚਨ ਕਰਦੇ ਐ ਸੁਣ ਕੇ ਉਹਨਾਂ ਨੂੰ ਭਾਵ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਮਹਾਰਾਜ ਦੀ ਸੰਗਤ ਵਿੱਚ ਸੁਤੇ ਹੀ ਸ਼ਬਦ ਦੀ ਕਮਾਈ ਹੋਈ ਜਾਂਦੀ ਹੈ, ਸਿੱਖਿਆ ਮਿਲੀ ਜਾਂਦੀ ਹੈ। ਇੱਕ ਇੱਕ ਪਲ ਇਹ ਜਿਹੜੀ ਸਿੱਖਿਆ ਪ੍ਰਾਪਤ ਹੁੰਦੀ ਹੈ ਤੇ ਫਿਰ ਅੰਦਰੋਂ ਸ਼ਬਦ ਦੀ ਕਮਾਈ ਦਾ ਚਾਅ ਪੈਦਾ ਹੁੰਦਾ ਹੈ। ਸ਼ਬਦ ਨੂੰ ਕਮਾ ਕਰਕੇ ਹਉਮੈ ਨੂੰ ਜਾਲ ਦਿੰਦੇ, ਅੰਦਰੋਂ ਸਾੜ ਦਿੰਦੇ ਆ। ਗੁਰਮੁਖ ਸੇਵਾ ਮਹਿਲੇ ਥਾਂ ਪਾਏ। ਧੰਨ ਹਨ ਗੁਰਮੁਖ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਤੇ ਫਲ ਕੀ ਮਿਲਿਆ? ਸਰੂਪ ਰੂਪੀ ਮਹਿਲ ਵਿੱਚ ਥਾਂ ਪਾ ਲਿਆ, ਸਾਖਿਆਤਤਾ ਹੋ ਗਈ। ਮੁਖੀ ਗੁਰੂ ਜੀ ਦੀ ਸੇਵਾ ਦਾ ਇਹ ਵੱਡਾ ਫਲ ਮਿਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਦੀ ਪ੍ਰੇਰਣਾ ਕਰਦੇ ਐ ਕਿ ਸੇਵਾ ਦੀ ਪ੍ਰੇਰਣਾ ਕਰਕੇ ਸਾਧ ਸੰਗਤ ਜੀ ਅੰਦਰੋਂ ਨਾ ਹੰਕਾਰ ਮਰਦਾ ਹੈ। ਜੇ ਕਰਕੇ ਜੋੜੇ ਝਾੜੀਏ ਤੇ ਫਿਰ ਕਦਾ ਮਨ ਦੇ ਅੰਦਰ ਆਪਣੀ ਉੱਚੀ ਜਾਤੀ ਦਾ, ਆਪਣੇ ਅਮੀਰ ਪੁਣੇ ਦਾ ਹੰਕਾਰ ਨਹੀਂ ਰਹਿੰਦਾ ਹੈ। ਜਦੋਂ ਸਭ ਦੇ ਹੀ ਜੋੜੇ ਝਾੜੀਏ ਤੇ ਫਿਰ ਇਹ ਸੇਵਾ ਦਾ ਇੱਕ ਕਾਰਨ ਮੈਂ ਮਹਾਰਾਜ ਸਾਹਿਬ ਜੀ ਨੇ ਧਰਿਆ ਹੋਇਆ ਕਿ ਜੇ ਤੂੰ ਹੱਥੀਂ ਸੇਵਾ ਕਰੇਗਾ ਤੇ ਤੇਰੇ ਅੰਦਰੋਂ ਹਉਮੈ ਦਾ ਵਿਨਾਸ਼ ਹੋਵੇਗਾ। ਜਦੋਂ ਹਉਮੈ ਨਾਸ਼ ਹੋਵੇਗੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਨੇੜੇ ਪਹੁੰਚ ਸਕੇਗਾ। ਕਿਉਂਕਿ ਜਿੰਨਾ ਚਿਰ ਸ਼ੰਕਿਆਂ ਦੀਆਂ ਮੈਲਾਂ ਨੇ ਮਹਾਰਾਜ ਦੇ ਸਰੂਪ ਦੇ ਨੇੜੇ ਨਹੀਂ ਤੂੰ ਜਾ ਸਕਦਾ। ਧੰਨ ਹਨ ਉਹ ਗੁਰਮੁਖ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਆਗਿਆ ਮੰਨੀ, ਸੇਵਾ ਕੀਤੀ
ਤੇ ਸੇਵਾ ਕਰਕੇ ਸਰੂਪ ਰੂਪੀ ਮਹਿਲ ਨੂੰ ਪਾ ਲਿਆ। ਉਸ ਸਰੂਪ ਰੂਪੀ ਮਹਿਲ ਦੇ ਅੰਦਰ ਉਹਨਾਂ ਨੇ ਸਾਖਿਆਤਾ ਰੂਪੀ ਥਾਂ ਨੂੰ ਪਾ ਲੈਣਾ ਕੀਤਾ। ਇਸੇ ਪ੍ਰਕਾਰ ਹੀ ਗੁਰਮੁਖ ਸੇਵਾ ਮਹਿਲੇ ਥਾਂ ਪਾਏ। ਗੁਰਮੁਖ ਸੇਵਾ ਕਰਦੇ ਆ ਗੁਰਮੁਖ ਬਣ ਕਰਕੇ, ਤੇ ਫਿਰ ਸਾਧ ਸੰਗਤ ਜੀ ਤੁਰਿਆ ਪਦ ਰੂਪੀ ਮਹਿਲ ਦੇ ਅੰਦਰ ਥਾਂ ਪਾ ਲੈਂਦੇ ਆ। ਬਿਰਤੀ ਅਰੂੜ ਹੋ ਜਾਂਦੀ ਹੈ ਤੁਰਿਆ ਪਦ ਦੇ ਅੰਦਰ। ਬ੍ਰਹਮ ਗਿਆਨ ਦੀ ਅਵਸਥਾ ਨੂੰ ਪਾ ਕਰਕੇ ਨਿਹਾਲ ਹੁੰਦੇ ਆ। ਇਹ ਕਈ ਜਨਮ ਲੱਗ ਜਾਂਦੇ ਐ ਤੇ ਫਿਰ ਵੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਗਰੀਬ ਨਵਾਜ ਦੇ ਦਰ ਘਰ ਦੀ ਸੇਵਾ ਏਡੀ ਫਲਦਾਇਕ ਵੈ ਕਿ ਸੇਵਾ ਕਰਨ ਨਾਲ, ਥੋੜੀ ਸੇਵਾ ਨਾਲ ਐਡਾ ਵੱਡਾ ਫਲ ਪ੍ਰਾਪਤ ਹੋ ਜਾਂਦਾ ਹੈ। ਇਹ ਸਤਿਪੁਰਸ਼ਾਂ ਦਾ ਕਿਹਾ ਹੋਇਆ ਬਚਨ ਹੈ। ਕਹਿੰਦੇ ਨੇ 12 ਸਾਲ ਧੂਣੀਆਂ ਤਾਂ ਕਿ ਉਹਨਾਂ ਫਲ ਨਹੀਂ ਮਿਲਦਾ ਤਪ ਕਰਨ ਦਾ, ਜਿੰਨਾ ਕਿ ਗੁਰੂ ਕੇ ਲੰਗਰਾਂ ਵਿੱਚ ਸਾਧ ਸੰਗਤ ਜੀ ਅੱਗ ਦਾ ਸੇਕ ਸਹਿ ਕੇ 1 ਸਾਲ 'ਚ ਹੀ ਫਲ ਮਿਲ ਜਾਂਦਾ ਹੈ। ਐਡੀ ਸੇਵਾ ਫਲਦਾਇਕ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਥੋੜੀ ਸੇਵਾ ਫਲ ਬਹੁਤ ਵੱਡਾ ਸਤਿਗੁਰਾਂ ਜੀ ਨੇ ਧਰਿਆ ਹੋਇਆ। ਗਰੀਬ ਨਵਾਜ ਫਰਮਾਉਂਦੇ ਆ ਕਿ ਉਹਨਾਂ ਨੂੰ ਤੁਰਿਆ ਪਦ ਦੇ ਅੰਦਰ ਬਿਰਤੀ ਅਰੂੜ ਹੋਣ ਰੂਪ ਥਾਂ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਗੁਰਮੁਖ ਅੰਤਰ ਹਰ ਨਾਮ ਵਸਾਏ। ਗੁਰਮੁਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਥਾਂ ਦਿੰਦੇ ਆ। ਹੋਰ ਸਭ ਚੀਜ਼ਾਂ ਨੂੰ ਆਪਣੇ ਅੰਦਰੋਂ ਉਹਨਾਂ ਨੇ ਕੱਢ ਹੀ ਦਿੱਤਾ ਹੈ। ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਗੁਰਮੁਖ ਵਸਾ ਲੈਂਦੇ ਐ। ਜਿਨ੍ਹਾਂ ਨੇ ਮੁਖੀ ਗੁਰੂ ਜੀ ਤੋਂ ਉਪਦੇਸ਼ ਲੈ ਕਰਕੇ ਕਮਾਈ ਕੀਤੀ ਹੈ, ਨਾਮ ਹਿਰਦੇ ਵਿੱਚ ਵਸਾ ਲੈਂਦੇ ਹਨ। ਗੁਰਮੁਖ ਭਗਤ ਹਰ ਨਾਮ ਸਮਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੇਮਾ ਭਗਤੀ ਹੈ ਗੁਰਮੁਖ ਐਸੀ ਪ੍ਰੀਤ ਨਾਲ ਕਰਦੇ ਐ, ਹਰੀ ਦੇ ਅੰਦਰ ਸਮਾ ਜਾਂਦੇ ਆ, ਅਭੇਦ ਹੋ ਜਾਂਦੇ ਐ। ਪ੍ਰੇਮਾ ਭਗਤੀ ਹੀ ਬਹੁਤ ਉੱਤਮ ਪ੍ਰਸਾਦ ਹੈ ਗੁਰੂ ਮਹਾਰਾਜ ਜੀ ਦੇ ਘਰ ਦੇ ਅੰਦਰ। ਭਗਤੀ ਕਰਦੇ ਹੋਏ ਜਦੋਂ ਆਪਣਾ ਆਪਾ ਹੀ ਖੋ ਲੈਂਦੇ ਐ ਤੇ ਉਸ ਸਮੇਂ ਅੰਦਰ ਸਪਰਸ਼ ਮਿਲਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਇਉਂ ਅਭੇਦ ਹੁੰਦੇ ਐ ਜਿਵੇਂ ਬੂੰਦ ਸਾਗਰ ਵਿੱਚ ਅਭੇਦ ਹੋ ਜਾਂਦੀ ਹੈ। ਗੁਰਸਿੱਖ ਮਹਾਰਾਜ ਜੀ ਦੀ ਤਾਬਿਆ ਬੈਠਦੇ ਐ ਪਰ ਉਹ ਸਤਿਗੁਰੂ ਦੇ ਅੰਦਰ ਹੀ ਸਮਾਏ ਹੋਏ ਆ। ਭਾਈ ਪਾਰੋ ਜੀ ਵਰਗੇ ਸਤਿਗੁਰੂ ਜੀ ਦੇ ਕੋਲ ਸਿੱਖੀ ਰੂਪ ਵਿੱਚ ਬੈਠਦੇ ਐ ਪਰ ਮਹਾਰਾਜ ਜੀ ਨੇ ਉਹਨਾਂ ਵਿੱਚ ਤੇ ਆਪਣੇ ਵਿੱਚ ਭੇਦ ਹੀ ਨਹੀਂ ਰਹਿਣ ਦਿੱਤਾ। ਸਤਿਗੁਰਾਂ ਜੀ ਨੇ ਆਪਣਾ ਹੀ ਸਰੂਪ ਉਹਨਾਂ ਗੁਰਸਿੱਖਾਂ ਨੂੰ ਸਤਿਗੁਰਾਂ ਜੀ ਨੇ ਬਣਾ ਲਿਆ ਹੈ। ਮਹਾਰਾਜ ਕਹਿੰਦੇ ਆ ਪ੍ਰੇਮਾ ਭਗਤੀ ਦਾ ਪ੍ਰਸਾਦ ਹੈ ਗੁਰਸਿੱਖੋ, ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਘਰੋਂ ਪ੍ਰਾਪਤ ਹੁੰਦਾ ਹੈ। ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਅੰਦਰ ਸਮਾ ਜਾਂਦੇ ਆ। ਆਪੇ ਦਾਤ ਕਰੇ ਦਾਤਾਰ। ਇਹ ਦਾਤ ਪਰਮੇਸ਼ਰ ਦੇ ਹੱਥ ਹੈ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹ ਪਰਮੇਸ਼ਰ ਦੇ ਹੱਥ ਰੱਖੀ ਹੋਈ ਦਾਤ ਹੈ। ਵਾਹਿਗੁਰੂ ਜੀ ਨੂੰ ਜਿਹੜਾ ਭਾ ਜਾਂਦਾ ਹੈ ਉਹਨੂੰ ਮਹਾਰਾਜ ਇਹ ਦਾਤ ਬਖਸ਼ਿਸ਼ ਕਰਦੇ ਆ। ਫਿਰ ਪੜ੍ਹਦੇ ਹੋ ਆਪੇ ਦਾਤ ਕਰੇ ਦਾਤਾਰ। ਉਹ ਦਾਤਾਰ ਪਰਮੇਸ਼ਰ ਆਪ ਹੀ ਮਿਹਰ ਕਰਕੇ ਇਹ ਦਾਤ ਜਿਹੜੀ ਹੈ ਨਾ ਆਪਣੇ ਸਰੂਪ ਵਿੱਚ ਅਭੇਦ ਹੋਣ ਦੀ, ਇਹ ਵਾਹਿਗੁਰੂ ਆਪ ਹੀ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਸੇਵਾ ਕਰਕੇ ਪਾਇਆ ਨਾ, ਪੂਰਨੇ ਪਾਏ ਹੈ, ਉਸੇ ਤਰ੍ਹਾਂ ਹੀ ਮਹਾਰਾਜ ਸਿੱਖਿਆ ਦਿੰਦੇ ਆ। ਸੱਚੇ ਪਾਤਸ਼ਾਹ ਜੀ ਕਿੰਨੀ ਕਠਿਨ ਘਾਲਣਾ ਘਾਲੀ ਹੈ ਗੁਰੂ ਮਹਾਰਾਜ ਜੀ ਨੇ। ਸੱਚੇ ਪਾਤਸ਼ਾਹ ਜੀ ਦੀ ਕਿਹੋ ਜੀ ਪ੍ਰੇਮ ਨਾਲ ਸੇਵਾ ਕੀਤੀ ਹੈ, ਪ੍ਰੇਮਾ ਭਗਤੀ ਕੀਤੀ ਹੈ। ਇੰਨੀ ਕਠਿਨ ਘਾਲਣਾ ਘਾਲ ਕੇ ਵੀ ਮਹਾਰਾਜ ਕਹਿੰਦੇ ਤਾਂ ਮਹਾਰਾਜ ਦੀ ਦਾਤ ਹੈ ਗੁਰਸਿੱਖੋ। ਵਾਹਿਗੁਰੂ ਜੀ ਆਪ ਹੀ ਜਿਹਨੂੰ ਤਰੁੱਠ ਕਰਕੇ ਦਿੰਦੇ ਆ ਨਾ, ਦਾਤਾਰ ਉਹ ਆਪ ਹੈ। ਉਹਨੂੰ ਹੀ ਹੋਈ ਇਹ ਦਾਤ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਕੋਈ ਆਪੂ ਜ਼ੋਰ ਨਾਲ ਨਹੀਂ ਪ੍ਰਾਪਤ ਕਰ ਸਕਦਾ। ਪੂਰੇ ਸਤਿਗੁਰ ਸਿਉ ਲੱਗੈ ਪਿਆਰ। ਫਿਰ ਪੂਰੇ ਸਤਿਗੁਰੂ ਜੀ ਦੇ ਨਾਲ ਪਿਆਰ ਲੱਗਦਾ ਜਦੋਂ ਦਾਤਾ ਪਰਮੇਸ਼ਰ ਆਪ ਕਿਰਪਾ ਕਰਕੇ ਦਾਤਾਰ ਦਾਤ ਦਿੰਦਾ ਹੈ। ਪੂਰੇ ਗੁਰੂ ਜੀ ਦੇ ਨਾਲ ਪਿਆਰ ਲੱਗ ਜਾਂਦਾ ਹੈ। ਨਹੀਂ ਤੇ ਪੂਰੇ ਗੁਰੂ ਜੀ ਦੀ ਕਸਵੱਟੀ ਨਹੀਂ ਝੱਲੀ ਜਾਂਦੀ। ਮਹਾਰਾਜ ਜੀ ਜਦੋਂ ਇਹ ਸਤਿਗੁਰੂ ਜੀ ਦੇ ਜੀਵਨ ਇਤਿਹਾਸ ਵਿੱਚ ਬਚਨ ਆਉਂਦੇ ਐ, ਮਹਾਰਾਜ ਬਿਆਸ ਤੋਂ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਪਰਖਣ ਵਾਸਤੇ ਨਾ ਸਾਰੀ ਗਾਗਰ ਹੀ ਆਪਣੇ ਚਰਨਾਂ ਤੇ ਡੋਲ ਕੇ ਮਹਾਰਾਜ ਕਹਿੰਦੇ ਜਾ ਭਾਈ ਹੋਰ ਲੈ ਕੇ ਆ। ਸਤਿਗੁਰੂ ਜੀ ਨੇ ਕਦੇ ਉਹ ਮਨ ਦੇ ਅੰਦਰ ਵਿਚਾਰਨਿਆ ਨਹੀਂ ਕਿ ਇੰਨਾ ਔਖਾ ਏਡੀ ਦੂਰੋਂ ਜਲ ਲਿਆਉਣਾ, ਤੇ ਮਹਾਰਾਜ ਜੀ ਤੇ ਆਪਦੇ ਚਰਨਾਂ ਤੇ ਹੀ ਸਾਰੀ ਗਾਗਰ ਡੋਲ ਕੇ ਆਖ ਦਿੱਤਾ ਕਿ ਹੋਰ ਲੈ ਕੇ ਆਓ। ਪੂਰੇ ਗੁਰੂ ਜੀ ਦੀ ਸੇਵਾ ਸਾਧ ਸੰਗਤ ਜੀ ਜਿਹੜੀ ਪ੍ਰੀਤ ਨਾਲ ਕਰਨੀ ਹੈ ਨਾ, ਇਹ ਮਹਾਰਾਜ ਨਿਰੰਕਾਰ ਹੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰਦੇ ਐ।
क्योंकि पूरे गुरु जी की कसवट्टी ते पूरा नहीं उतर सकता कोई जिन्ना चिर मेरा वाहिगुरु कृपा ना करे। सच्चे पातशाह जी कहते निरंकार दी अत्यंत कृपा कि असीं गुरु अंगद साहब जी की सेवा विच प्रवान चढ़ गए। गुरुदेव ने सानू सुरखरू कर लिया। सच्चे पातशाह जी महाराज सतगुरां जी दे इन्ने परायण हो करके रहिंदे, महाराज जो आग्ञा करदे उसे समय आग्ञा विच सीस झुकाउंदे। सतगुरां जी ने इन्हां दी भावना वेख करके फिर महाराज आप दा गुरियाई तख्त बख्शिश कीता सी। सच्चे पातशाह जी ने महाराज फरमाउंदे हन, पूरे सतगुर स्यों लगा प्यार। पूरे सतगुरु जी दे नाल फिर प्यार लग जांदा है। अपना आपा वारन नूं उमा आउंदा मन दे अंदर कि महाराज साहब जी तो हुण अपना जन्म ही लेखे ला दईए। नहीं तां आपां स्वार्थ करदे होए पुछदे रहिंदे आ कि इन्ना चिर संगत कीती है की मिलिया है जां की मिलूगा, सेवा करके की मिलूगा। कहंदे महाराज मैनू कुछ नहीं चाहिदा, अपनी सेवा दे दिओ। सच्चे पातशाह जी महाराज मैनू कोई मंग नहीं है, बस आपदे चरनां नाल बण आवे। सच्चे पातशाह जी तुहाडे नाल निभ जावे। गरीब नवाज सच्चे पातशाह फिर उन्हां गुरसिखां ते बख्शिश करदे है। हजूर कहंदे पूरे गुरु जी ने नाल तां गुरसिखो प्यार लगदा है। नानक नाम रते तिन कहो जयकार। जेड़े नाम दे अंदर सतगुरु जी कहंदे रंगे गए है तिन्हां नूं सदा ही जय जयकार जिहड़ी है वो प्राप्त हुंदी है। उन्हां दी इत्थे भी जय जयकार हुंदी है, परलोक विच भी उन्हां दे नाम दी जय जयकार दीयां धुनियां जिहड़ियां सच्चे पातशाह जी महाराज कहंदे वो लगदियां हन। गौड़े ग्वारे रे महला तीजा। सच्चे पातशाह जी महाराज राग गौड़ी दे अंदर ग्वारेरी जाति दे अंदर गुरु अमरदास साहब जी महाराज फरमाउंदे हन, एक सते सब रूप है रंगा। आ जिन्ने रूप दिखाई दिंदे आ ना आकार, एक वाहिगुरु तो ही महाराज कहंदे सारे आकार उत्पन्न हो रहे है। जिन्ने मियाँ गोरे चिट्टे रंग हन, काले रंग हन, नीले पीले, ये सारे महाराज कहंदे एक वाहिगुरु तो ही गुरसिखो सारे पैदा हो रहे आ। पौण पाणे बैसंतर सब सहलंगा। सारियां दे अंदर सहलंगा वाहिगुरु मिलिया होया है। पौण विच भी आप समाया होया है, पानी विच भी आप समाया होया है, बैसंतर अग दे अंदर भी महाराज कहंदे वाहिगुरु आप ही समाया होया है। फिर ये साध संगत जी तिन्ना जिवें पौण वै, पानी है ते अग वै, इन्हां तो ही माया दे तिन जिहड़े हन वो गुण रखे है। पौण जिहड़ी आ रजो गुणी है, इस प्रकार पानी सतो गुणी है ते बसंतर अग जिहड़ी आ तमो गुणी है। सच्चे पातशाह जी महाराज कहंदे इन्हां माया दे तिन्नां गुणां दे अंदर भी वाहिगुरु जी आप ही सहलंगा मिले हुए है। जिहड़े कोई जीव रजो गुणी है उन्हां अंदर भी आप ही समाये हुए है, जिहड़े कोई सतो गुणी है उन्हां दे अंदर भी आप ही समाये हुए है, जिहड़े तमो गुणी है बड़े घोर सुभाअ हन उन्हां अंदर भी वाहिगुरु आप ही मिलिया होया है। भिन्न भिन्न वेखै हर प्रभ रंगा। महाराज कहंदे ने ये जिहड़े मेरे वाहिगुरु दे ही कौतक हन कि जीव नूं भिन्न भिन्न करके सारा कुछ दिस रहा है, वखरा वखरा करके दिस रहा है। जिन्नू परमेश्वर दिस पैंदा इन्हां सारियां दे अंदर साध संगत जी वो अग नूं भी अग रूप करके नहीं वेखदा, पानी नूं भी पानी रूप करके नहीं वेखदा, हवा नूं भी हवा रूप करके नहीं वेखदा, वो तां परमेश्वर रूप करके वेखदा। इसे करके तत्व भी फिर विपरजे हो जांदे ओहदे लई। जिहड़े आ ना पानी भी ओनू डोबदा नहीं है रब दे प्यारे नूं, जिन्नू पानी च ही परमेश्वर दिस रहा है। जंजीर बांध कर खरे कबीर, मृगशाला पर बैठे कबीर। साध संगत जी वो जंजीरां बन करके कबीर साहब नूं सुटिया सी। गंगा की लहर मेरी टुटी जंजीर, गंगा दीयां लहरां सुटिया सी ते भगत कबीर साहब दीयां जंजीरां टुट गईयां। ते मृगशाला दे उत्ते पानी चों कहंदे मृगशाला प्रगट हुई, उहदे उत्ते चौंकड़ा ला के बैठे कबीर साहब जी। वो तत्त भी उन्हां लई सुभाव फेर दिंदे आ, राजा राम माया फेरी। यह जी माया फिरदी आ, उन्हां नूं परमेश्वर दा स्वरूप दिसदा सब दे अंदर। पर वाहिगुरू जी दे कौतक हन कि जीव नूं सारी सृष्टि भिन्न भिन्न दिस रही है। इउं वेख करके कोई कहंदा कि वो तां बड़ा क्रोधी है,
ਉਹ ਤਾਂ ਜੀ ਬੜਾ ਹੰਕਾਰੀ ਹੈ, ਰਜੋ ਗੁਣੀ ਕਰਕੇ ਹੁੰਦਾ ਹੈ। ਤੇ ਕਿਸੇ ਦਾ ਸ਼ਾਂਤ ਸੁਭਾਅ ਵੇਖ ਕੇ ਕਹਿੰਦੇ ਆ ਬੜਾ ਸ਼ਾਂਤ ਹੈ। ਇਸ ਤਰ੍ਹਾਂ ਇਹ ਭਿੰਨ ਭਿੰਨ ਸੰਸਾਰ ਜਿਹੜਾ ਨਾ ਵਾਹਿਗੁਰੂ ਜੀ ਦੇ ਹੀ ਸਾਧ ਸੰਗਤ ਜੀ ਮਾਇਆ ਦੇ ਕਰਕੇ ਫਰਕ ਪਾਇਆ ਹੋਣ ਕਰਕੇ ਦਿਸ ਰਿਹਾ ਹੈ। ਭਿੰਨ ਭਿੰਨ ਅਸਲ ਵਿੱਚ ਹੈ ਨਹੀਂ ਹੈ ਤਾਂ ਪਰਮੇਸ਼ਰ ਰੂਪ ਹੀ ਸਭ ਕੁਝ। ਪਰ ਮਹਾਰਾਜ ਜੀ ਦੀ ਮਾਇਆ ਦਾ ਇਹ ਕੌਤਕ ਹੈ। ਮਾਇਆ ਕਰਕੇ ਸੰਸਾਰ ਜਿਹੜਾ ਹੈ ਉਹ ਭਿੰਨ ਭਿੰਨ ਵੱਖਰਾ ਵੱਖਰਾ ਕਰਕੇ ਦਿਸ ਰਿਹਾ ਹੈ। ਇਸੇ ਪ੍ਰਕਾਰ ਹੀ ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ। ਇਹ ਵਾਹਿਗੁਰੂ ਜੀ ਦੇ ਜਿਹੜੇ ਰੰਗ ਹਨ, ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਭਿੰਨ ਭਿੰਨ ਕਰਕੇ ਜੀਵ ਮਾਇਆ ਦੇ ਪ੍ਰਭਾਵ ਕਰਕੇ ਵੇਖਦਾ ਏ। ਏਕ ਅਚਰਜ ਏਕੋ ਹੈ ਸੋਏ। ਪਰ ਇੱਕੋ ਹੀ ਉਹ ਆਪ ਅਸਚਰਜ ਰੂਪ, ਇੱਕੋ ਹੀ ਆ ਉਹ ਆਪ ਸਭ ਦੇ ਅੰਦਰ, ਜੋ ਆਪ ਛੁਪਿਆ ਹੋਇਆ ਹੈ, ਗੁਪਤ ਹੈ, ਦਿਸ ਨਹੀਂ ਰਿਹਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਪ ਹੀ ਸਭ ਦੇ ਅੰਦਰ ਵਰਤ ਰਿਹਾ ਹੈ। ਅਸਚਰਜ ਹੈ ਇਹ ਸਾਰੀ ਕਲਾ। ਗੁਰਮੁਖ ਵਿਚਾਰੇ ਵਿਰਲਾ ਕੋਏ। ਕੋਈ ਗੁਰਮੁਖ ਬਣ ਕਰਕੇ ਗੁਰੂ ਜੀ ਦਾ ਉਪਦੇਸ਼ ਲੈ ਕਰਕੇ ਇਸ ਗੱਲ ਨੂੰ ਵਿਚਾਰਦਾ ਹੈ ਕਿ ਇਹ ਭਿੰਨ ਭਿੰਨ ਸੰਸਾਰ ਸਭ ਦਿਸ ਰਿਹਾ ਹੈ। ਪਰਮੇਸ਼ਰ ਨੇ ਖੇਲ ਬਣਾਈ ਹੈ ਸਾਰੀ, ਹੈ ਉਹ ਆਪ ਸਭ ਦੇ ਅੰਦਰ ਸਮਾਇਆ ਹੋਇਆ। ਕੋਈ ਗੁਰਮੁਖ ਬਣ ਕਰਕੇ ਗੁਰੂ ਜੀ ਦੁਆਰਾ ਇਸ ਗੱਲ ਨੂੰ ਸਮਝਦਾ ਏ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਸਹਿਜ ਭਵੈ ਪ੍ਰਭ ਸਭ ਨੇ ਥਾਏ। ਫਿਰ ਪੜੋ। ਸਹਿਜ ਭਵੈ ਪ੍ਰਭ ਸਭ ਨੇ ਥਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਹਿਜ ਸ਼ਾਂਤੀ ਪੂਰਵਕ ਉਹਨਾਂ ਨੂੰ ਪਰਮੇਸ਼ਰ ਸਭਨੀ ਥਾਈਂ ਜਿਹੜਾ ਹੈ ਉਹ ਦਿਸਣ ਲੱਗ ਪੈਂਦਾ ਹੈ। ਸ਼ਾਂਤੀ ਸੁਤੇ ਸਿੱਧ ਹੀ ਜਿਹੜਾ ਹੈ ਪਰਮੇਸ਼ਰ ਉਹਨਾਂ ਨੂੰ ਸਾਧ ਸੰਗਤ ਜੀ ਸਭ ਥਾਵਾਂ ਦੇ ਉੱਤੇ ਜਿਹੜਾ ਹੈ ਉਹ ਦਿਖਾਈ ਦੇਣ ਲੱਗ ਪੈਂਦਾ ਜਦੋਂ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਦੇ ਆ। ਸਹਿਜ ਭਵੈ ਪ੍ਰਭ ਸਭ ਨੇ ਥਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਭ ਥਾਵਾਂ ਤੇ ਭਵੈ ਪਾਉਂਦਾ ਹੋਇਆ, ਭਾਵ ਵਿਚਰਦਾ ਹੋਇਆ, ਰਮਿਆ ਹੋਇਆ ਉਹਨਾਂ ਨੂੰ ਪਰਮੇਸ਼ਰ ਹੀ ਦਿਖਾਈ ਦਿੰਦਾ ਏ। ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਏ। ਇਹ ਕਹਿੰਦੇ ਕੀ ਗੁਪਤ ਤੇ ਕੀ ਪ੍ਰਗਟ, ਇਹ ਪ੍ਰਭੂ ਨੇ ਹੀ ਬਣਤ ਬਣਾਈ ਹੈ, ਸਾਰੀ ਬਣਾਵਟ ਬਣਾਈ ਹੈ। ਭਾਵ ਗੁਪਤ ਜਿਹੜੀ ਸੂਖਸ਼ਮ ਸ੍ਰਿਸ਼ਟੀ ਦਿਸਦੀ ਨਹੀਂ, ਤੇ ਸਾਧ ਸੰਗਤ ਜੀ ਜਿਹੜੇ ਪ੍ਰਗਟ ਸਥੂਲ ਦੇ ਹਾਂ ਦਿਸਦੀਆਂ ਹਨ। ਕਹਿੰਦੇ ਪਰਮੇਸ਼ਰ ਨੇ ਹੀ ਸਾਰੀ ਬਣਾਵਟ ਬਣਾਈ ਹੈ, ਗੁਪਤ ਰੱਖ ਛੱਡੀ ਹੈ। ਕੁਝ ਸ੍ਰਿਸ਼ਟੀ ਤੇ ਕੁਝ ਪ੍ਰਤੱਖ ਦੇਹਾਂ ਸਥੂਲ ਦੇਹਾਂ ਕਰ ਦਿੱਤੀਆਂ ਹਨ, ਕੁਝ ਗੁਪਤ ਨੇ ਤੇ ਕੁਝ ਦਿਸਦੀਆਂ ਨੇ। ਇਹ ਪਰਮੇਸ਼ਰ ਨੇ ਹੀ ਬਣਤ ਬਣਾਈ ਹੈ। ਇਸੇ ਪ੍ਰਕਾਰ ਹੀ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਏ। ਕਿਤੇ ਤੇ ਮਨਮੁਖਾਂ ਦੇ ਅੰਦਰ ਗੁਪਤ ਹੋ ਰਿਹਾ ਹੈ ਤੇ ਕਿਤੇ ਬ੍ਰਹਮ ਗਿਆਨੀ ਦੇ ਅੰਦਰ ਪ੍ਰਗਟ ਹੋ ਰਿਹਾ ਹੈ। ਇਹ ਪਰਮੇਸ਼ਰ ਨੇ ਆਪ ਹੀ ਸਾਰੀ ਬਣਤ ਬਣਾਈ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਇਸੇ ਪ੍ਰਕਾਰ ਹੀ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਏ। ਕਿਤੇ ਤਾਂ ਗੁਪਤ ਨਿਰਗੁਣ ਰੂਪ ਹੋ ਰਿਹਾ ਹੈ, ਕਿਤੇ ਪ੍ਰਗਟ ਸਰਗੁਣ ਰੂਪ ਹੋ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਦੇ ਰਿਹਾ ਹੈ। ਇਹ ਮੇਰੇ ਵਾਹਿਗੁਰੂ ਨੇ ਹੀ ਸਾਰੀ ਬਣਤ ਜਿਹੜੀ ਹੈ ਬਣਾਈ ਹੈ, ਤੇ ਪਰ ਆਪ ਹੀ ਸਭ ਥਾਵਾਂ ਦੇ ਉੱਤੇ ਰਮ ਰਿਹਾ ਏ। ਆਪੇ ਸੁਤਿਆਂ ਦੇ ਜਗਾਏ। ਆਪ ਹੀ ਕਿਰਪਾ ਕਰਕੇ ਜੀਵ ਨੂੰ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਨੂੰ ਫਿਰ ਜਗਾ ਦਿੰਦਾ ਹੈ। ਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਆ ਕਰਕੇ ਗਿਆਨ ਰੂਪੀ ਸਾਧ ਸੰਗਤ ਜੀ ਜਾਗਰਤ ਅਵਸਥਾ ਆ ਜਾਂਦੀ ਹੈ। ਤਿਸ ਕੇ ਕੀਮਤ ਕਿਨ ਨਾ ਹੋਏ। ਉਸ ਮੇਰੇ ਵਾਹਿਗੁਰੂ ਦੀ ਕੀਮਤ ਮਹਾਰਾਜ ਕਹਿੰਦੇ ਕਿਸੇ ਤਰ੍ਹਾਂ ਕਿਸੇ ਕੋਲੋਂ ਵੀ ਨਹੀਂ ਹੋ ਸਕਦੀ। ਕੋਈ ਉਸ ਭੇਦ ਨੂੰ ਮਹਾਰਾਜ ਕਹਿੰਦੇ ਨੇ ਭਾਈ ਆਪਣੀ ਸ਼ਕਤੀ ਕਰਕੇ ਬੁੱਧੀ ਕਰਕੇ ਜਾਣ ਨਹੀਂ ਸਕਦਾ ਹੈ। ਇਹ ਸਾਰੀ ਅਸਚਰਜ ਕਲਾ ਹੈ। ਪਰਮੇਸ਼ਰ ਸੁਤੇ ਸਿੱਧ ਹੀ ਸਭ ਥਾਵਾਂ ਦੇ ਉੱਤੇ ਰਮਿਆ ਹੋਇਆ ਦਿਖਾਈ ਦਿੰਦਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਪਤ ਪ੍ਰਗਟ ਵਾਹਿਗੁਰੂ ਆਪ ਹੀ ਸਭ ਥਾਵਾਂ ਤੇ ਸਮਾ ਰਿਹਾ ਹੈ। ਕਹਿ ਕਹਿ ਕਥਨ ਕਹਿ ਸਭ ਕੋਏ। ਮਹਾਰਾਜ ਕਹਿੰਦੇ ਭਾਈ ਕਹਿ ਕਹਿ ਕੇ ਕਥਨ ਤਾਂ ਸਭ ਕੋਈ ਕਰਦਾ ਹੈ, ਪਰ ਜਿਹੜੀ ਗੁਪਤ ਜਿਹੜੀ ਹੈ ਨਾ ਉਹ ਉਹਨੂੰ ਹੀ ਪ੍ਰਗਟ ਹੁੰਦੀ ਹੈ ਜਿਹਨੂੰ ਗੁਰੂ ਸਾਹਿਬ ਜੀ ਦੀ ਬਰਕਤ ਪ੍ਰਾਪਤ ਹੋਵੇ ਸ਼ਬਦ ਦੀ। ਸਤਿਗੁਰੂ ਜੀ ਦੇ ਸ਼ਬਦ ਦਾ ਜਦੋਂ ਅਭਿਆਸ ਕਰਦਾ ਹੈ ਨਾ ਉਦੋਂ ਹੀ ਉਹਨੂੰ ਇਹ ਗੁਪਤ ਜਿਹੜਾ ਹੈ ਸੰਸਾਰ ਉਹ ਪ੍ਰਗਟ ਹੋ ਜਾਂਦਾ ਹੈ, ਜਿਹੜਾ ਅੱਖਾਂ ਨਾਲ ਨਹੀਂ ਦਿਸਦਾ।
ਕਹਿ ਕਹਿ ਕੇ ਮਹਾਰਾਜ ਕਹਿੰਦੇ ਕਥਨ ਤਾਂ ਭਾਈ ਹਰ ਕੋਈ ਕਰ ਲੈਂਦਾ ਹੈ, ਕਿਉਂਕਿ ਸੁਣ ਸੁਣ ਕੇ ਕਿਸੇ ਦਾ ਕਥਨ ਕੀਤਾ ਹੋਇਆ ਉਹਨੂੰ ਸੁਣ ਕੇ ਅੱਗੇ ਕਥਨ ਕਰ ਲੈਣਾ ਸੌਖਾ ਹੈ, ਪਰ ਆਪ ਅਨੁਭਵ ਹੋਣਾ ਜਿਹੜਾ ਨਾ ਉਹ ਹੈ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਘਰ ਦੀ ਬਖਸ਼ਿਸ਼ ਕਹਿਣ ਕਰਕੇ ਕਥਨ ਕਰਨ ਨੂੰ ਤਾਂ ਮਹਾਰਾਜ ਕਹਿੰਦੇ ਭਾਈ ਹਰ ਕੋਈ ਕਰਦਾ ਏ। ਗੁਰ ਸ਼ਬਦ ਸਮਾਵੈ ਬੁਝੈ ਹਰ ਸੋਏ। ਜਿਹੜਾ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਪਰਮੇਸ਼ਰ ਦੇ ਅੰਦਰ ਸਮਾਉਂਦਾ ਹੈ ਉਹੋ ਹੀ ਹਰੀ ਨੂੰ ਬੁੱਝ ਸਕਦਾ ਹੈ, ਵਾਹਿਗੁਰੂ ਦੇ ਵਿੱਚ ਅਭੇਦ ਹੋ ਸਕਦਾ ਹੈ। ਇਹ ਸਾਰੀ ਗੁਪਤ ਕਲਾ ਨੂੰ ਉਹ ਬੁੱਝ ਲੈਂਦਾ, ਫਿਰ ਜਾਣ ਲੈਂਦਾ। ਸਾਰਾ ਜਿਹੜਾ ਇਹ ਖੇਲ ਮਹਾਰਾਜ ਨੇ ਪਾਇਆ ਹੋਇਆ ਨਾ ਸੰਸਾਰ, ਇਹ ਖੇਲ ਦੇ ਪਿੱਛੇ ਆਪ ਪਰਮੇਸ਼ਰ ਆਪ ਜੋ ਛੁਪਿਆ ਹੋਇਆ ਹੈ ਗੁਪਤ ਰੂਪ ਵਿੱਚ ਹੈ, ਉਹ ਪਰਮੇਸ਼ਰ ਨੂੰ ਸਾਧ ਸੰਗਤ ਜੀ ਫਿਰ ਜਾਣ ਲੈਂਦੇ ਐ। ਜਿਹੜਾ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਦਾ ਏ। ਸੁਣ ਸੁਣ ਵੇਖੈ ਸ਼ਬਦ ਮਿਲਾਏ। ਜਦੋਂ ਇਸ ਪ੍ਰਕਾਰ ਸੁਣਦੇ ਆ ਨਾ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸੁਣ ਕੇ ਕਮਾਈ ਕਰਦੇ ਆ ਸ਼ਬਦ ਦੀ, ਕਿ ਵਾਹਿਗੁਰੂ ਹੈ ਜ਼ਰੂਰ ਪਰ ਮੈਨੂੰ ਨਹੀਂ ਦਿਸਦਾ। ਸੁਣਦੇ ਐ ਕਿਉਂਕਿ ਸੁਣ ਕੇ ਹੀ ਭਗਤਾਂ ਨੇ ਨਿਸ਼ਚਾ ਕੀਤਾ ਕਿ ਮਹਾਰਾਜ ਸਾਨੂੰ ਅੱਖਾਂ ਨਾਲ ਤੁਹਾਡਾ ਦਰਸ਼ਨ ਨਹੀਂ ਹੁੰਦਾ, ਪਰ ਤੁਹਾਡਾ ਨਾਮ ਹੀ ਸੁਣਦਾ ਹੈ ਚਾਰ ਚੁਫੇਰਿਓਂ। ਇਉਂ ਜਦੋਂ ਸੁਣ ਸੁਣ ਕੇ ਸ਼ਰਧਾ ਦੇ ਨਾਲ ਵਿਸ਼ਵਾਸ ਦੇ ਨਾਲ ਸ਼ਬਦ ਦੀ ਕਮਾਈ ਕਰਦੇ ਹਨ। ਫਿਰ ਪੜੋ ਸੁਣ ਸੁਣ ਵੇਖੈ ਸ਼ਬਦ ਮਿਲਾਏ। ਸ਼ਬਦ ਫਿਰ ਉਹਨਾਂ ਨੂੰ ਮਿਲਾ ਦਿੰਦਾ ਹੈ। ਸੁਣ ਸੁਣ ਕੇ ਵੇਖ ਲੈਂਦੇ ਆ। ਫਿਰ ਪਹਿਲਾਂ ਸੁਣਦੇ ਆ, ਸੁਣ ਸੁਣ ਕੇ ਅੰਦਰ ਸਾਧ ਸੰਗਤ ਜੀ ਚਿਹਰਾ ਬਣਦਾ ਹੈ। ਜਦੋਂ ਤੁਸੀਂ ਕੋਈ ਵੀ ਜਿਹੜਾ ਹੈ ਕਿਸੇ ਦੇਸ਼ ਦੀ ਰਚਨਾ ਬਾਬਤ ਹੀ ਸੁਣੋਗੇ ਨਾ, ਸੁਣ ਸੁਣ ਕੇ ਤੁਹਾਨੂੰ ਉਥੋਂ ਦੀ ਤਸਵੀਰ ਜਿਹੜੀ ਆ ਤੁਹਾਡੇ ਸਾਹਮਣੇ ਆਵੇਗੀ ਕਿ ਇਹੋ ਜਿਹਾ ਪਹਾੜ ਹੋਣਗੇ, ਇਹੋ ਜਿਹੇ ਝਰਨੇ ਵਗਦੇ ਹੋਣਗੇ। ਤੇ ਜਦੋਂ ਵਾਹਿਗੁਰੂ ਜੀ ਦੇ ਲੱਖਣ ਸੁਣਦੇ ਆ ਆਪਾਂ ਮਹਾਰਾਜ ਦੀ ਬਾਣੀ ਦੁਆਰਾ, ਸ਼ਬਦ ਦੁਆਰਾ, ਸੁਣ ਸੁਣ ਕੇ ਵਾਹਿਗੁਰੂ ਜੀ ਦੇ ਸਰੂਪ ਨੂੰ ਵੇਖਣ ਦਾ ਚਾਅ ਪੈਦਾ ਹੁੰਦਾ ਹੈ। ਤੇ ਫਿਰ ਜਦੋਂ ਬਾਣੀ ਨੂੰ ਸੁਣ ਸੁਣ ਕੇ ਸ਼ਰਧਾ ਵਿਸ਼ਵਾਸ ਨਾਲ ਤੇ ਸ਼ਬਦ ਦੀ ਕਮਾਈ ਕਰਦੇ ਆ, ਵਾਹਿਗੁਰੂ ਦਾ ਦਰਸ਼ਨ ਉਹ ਵੇਖ ਲੈਂਦੇ ਆ। ਵੱਡੇ ਵਡਿਆਏ ਗੁਰ ਸੇਵਾ ਤੇ ਪਾਏ। ਇਹ ਵੱਡੀ ਵਡਿਆਈ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਗੁਰੂ ਸੇਵਾ ਤੋਂ ਗੁਰਸਿੱਖੋ ਪਾਈ ਦੀ ਆ, ਪ੍ਰਾਪਤ ਹੁੰਦੀ ਆ। ਨਾਨਕ ਨਾਮ ਰਤੇ ਹਰ ਨਾਮ ਸਮਾਏ। ਜਿਹੜੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਆ ਉਹ ਹਰੀ ਦੇ ਨਾਮ 'ਚ ਹੀ ਸਮਾ ਜਾਂਦੇ ਆ। ਉਹਨਾਂ ਵਿੱਚ ਤੇ ਫਿਰ ਪਰਮੇਸ਼ਰ ਵਿੱਚ ਭੇਦ ਨਹੀਂ ਕੋਈ ਰਹਿੰਦਾ ਹੈ। ਵਾਹਿਗੁਰੂ ਦਾ ਸੇਵਕ ਵਾਹਿਗੁਰੂ ਜੈਸਾ ਹੀ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਓਡੀ ਵੱਡੀ ਸੋਭਾ ਹੀ ਸੇਵਕ ਦੀ ਹੁੰਦੀ ਹੈ ਜਿੱਡੀ ਵੱਡੀ ਸੋਭਾ ਪਰਮੇਸ਼ਰ ਦੀ ਹੁੰਦੀ ਹੈ। ਜੇਵਡ ਹਰ ਪ੍ਰਤਾਪ ਹੈ। ਮਹਾਰਾਜ ਕਹਿੰਦੇ ਐਸੀ ਸੋਭਾ ਜਨੈ ਕੀ। ਇਹੋ ਜੀ ਜਨ ਦੀ ਸੋਭਾ ਹੈ ਜਿਹੋ ਜਿਹਾ ਵਾਹਿਗੁਰੂ ਦਾ ਪ੍ਰਤਾਪ ਹੁੰਦਾ ਹੈ। ਨਾਮ ਦੇ ਪਿਆਰ ਵਿੱਚ ਰੰਗੇ ਹੋਏ ਵਾਹਿਗੁਰੂ ਵਿੱਚ ਹੀ ਅਭੇਦ ਹੋ ਜਾਂਦੇ ਐ, ਸਮਾ ਜਾਂਦੇ ਐ। ਦੇਹਾਂ ਦਾ ਵੀ ਸਾਧ ਸੰਗਤ ਜੀ ਇਹ ਜਿਹੜਾ ਹੈ ਬਾਹਰੀ ਤੌਰ ਤੇ ਦਿਖਣਾ ਸੰਸਾਰ ਦੀ ਜੋ ਕਲਾ ਹੈ ਉਹਨਾਂ ਦੇ ਅੱਗੋਂ ਸਾਰੀ ਹਟ ਜਾਂਦੀ ਹੈ। ਉਹਨਾਂ ਨੂੰ ਦੇਹਾਂ ਨਹੀਂ ਦਿਸਦੀਆਂ, ਪਰਮੇਸ਼ਰ ਦਿਸਦਾ ਹੈ। ਸਭ ਦੇ ਅੰਦਰ ਆਪਾ ਦਿਸ ਆਉਂਦਾ ਹੈ। ਜਦੋਂ ਆਪਣਾ ਆਪਾ ਹੀ ਸਭ ਦੇ ਵਿੱਚ ਦਿਸ ਰਿਹਾ, ਫਿਰ ਕਿਹਦੇ ਨਾਲ ਵੈਰ ਕਰਨਾ ਤੇ ਕਿਹਦੇ ਨਾਲ ਮਿੱਤਰਤਾ ਕਰਨੀ। ਉਹਨਾਂ ਦਾ ਵੈਰ ਭਾਵ ਤੇ ਮੈਤਰੀ ਭਾਵ ਸਭ ਮਿਟ ਜਾਂਦਾ ਹੈ। ਵਾਹਿਗੁਰੂ ਦੇ ਪਿਆਰ ਵਿੱਚ ਸਾਧ ਸੰਗਤ ਜੀ ਇਹ ਦਾਤ ਪ੍ਰਾਪਤ ਹੁੰਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਜੀ ਰਹਿਮਤ ਕਰਨ। ਕਿਉਂਕਿ ਆਪਾਂ ਜੇ ਸਾਖੀ ਸੁਣੀਏ ਨਾ ਤੇ ਉਹਦੇ ਨਾਲ ਕੀ ਹੈ ਕਿ ਵਧੇਕ ਜਿਹੜਾ ਕੋਈ ਨਵਾਂ ਜਗਿਆਸੂ ਹੁੰਦਾ ਉਹਨੂੰ ਹੋਰ ਕਹਿੰਦਾ ਬੜੀ ਰਸਦਾਇਕ ਕਥਾ ਹੋਈ, ਪਰ ਜਿਹੜੀ ਲੜੀਵਾਰ ਕਥਾ ਦਾ ਨਿਯਮ ਹੈ ਉਹ ਤਾਂ ਸਾਧ ਸੰਗਤ ਜੀ ਲਗਾਤਾਰ ਅਰਥ ਹੋਣ ਤੇ ਫਿਰ ਤਕਰੀਬਨ ਜਿਹੜਾ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਇਹ ਪ੍ਰਵਾਹ ਹੈ ਇਹ ਸਮੁੰਦਰ ਦੇ ਤਰਨ ਵਾਂਗ ਹੈ ਕਥਾ ਦਾ ਪ੍ਰਵਾਹ। ਤੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਜਗਿਆਸੂ ਜੋ ਰੋਜ਼ ਸੁਣਦੇ ਆ ਅਰਥਾਂ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਵਿੱਚ ਸੁਰਤ ਜੁੜੀ ਰਹੇ ਤੇ ਫਿਰ ਸਾਧ ਸੰਗਤ ਜੀ ਕੀ ਹੈ ਆਨੰਦ ਰਸ ਸਦਾ ਹੀ ਬਣਿਆ ਰਹਿੰਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੇ ਵਡਿਆਏ ਗੁਰ ਸੇਵਾ ਤੇ ਪਾਏ।
ਨਾਨਕ ਨਾਮ ਰਤੇ ਹਰ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।